रेडियो पंजाब टुडे सुनने वाले तमाम ਸਰੋਤਿਆਂ ਨੂੰ ਮੇਰੇ ਵੱਲੋਂ ਸਰਦਾਰ ਜਸਪੀਰ ਸਿੰਘ ਭੱਟੀ ਅਤੇ ਸਰਦਾਰ ਬਖਤੌਰ ਸਿੰਘ ਢਿੱਲੋਂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਖੁਸ਼ਾਮਦੀਦ। ਅੱਜ ਦਿਨ ਹੈ ਜੀ ਬੁੱਧਵਾਰ, ਤਰੀਕ ਹੈ 7 ਅਪ੍ਰੈਲ, ਸ਼ਾਮ ਦੇ 6:30 ਹੋਏ ਨੇ। ਤੁਸੀਂ ਇਸ ਵਕਤ ਰੇਡੀਓ ਪੰਜਾਬ ਟੁਡੇ ਦੇ ਬਠਿੰਡਾ ਸਟੂਡੀਓ ਤੋਂ ਸਾਡੇ ਨਾਲ ਲਾਈਵ ਜੁੜੇ ਹੋਏ ਹੋ। ਅੱਜ ਇੱਕ ਵਿਸ਼ੇਸ਼ ਵਿਸ਼ੇ 'ਤੇ ਗੱਲਬਾਤ ਕੀਤੀ ਜਾਏਗੀ, ਔਨਲਾਈਨ ਪੜ੍ਹਾਈ। ਕਿਉਂਕਿ 1 ਸਾਲ ਬੀਤ ਗਿਆ, 1 ਸਾਲ ਤੋਂ ਉੱਪਰ ਸਮਾਂ ਹੋ ਗਿਆ। ਮਾਪਿਆਂ ਲਈ ਬੜੀਆਂ ਦੁਸ਼ਵਾਰੀਆਂ ਖੜੀਆਂ ਹੋ ਗਈਆਂ ਨੇ। ਇੱਕ ਟੀਚਰ ਨੇ 1 ਕਲਾਸ ਪੜ੍ਹਾਉਣੀ ਹੁੰਦੀ ਹੈ, ਇੱਕ ਮਾਂ ਨੂੰ 1 ਕਲਾਸ, ਬੱਚੇ ਨੇ ਜਿਹੜੇ ਵੱਖ-ਵੱਖ ਕਲਾਸਾਂ ਦੇ ਪੜ੍ਹਾਉਣੇ ਕਿੰਨੇ ਮੁਸ਼ਕਿਲ ਨੇ। ਫਿਰ ਜੇ ਵਰਕਿੰਗ ਲੇਡੀ ਹੈ ਤਾਂ ਉਦੋਂ ਵੱਡੀ ਮੁਸ਼ਕਿਲ ਹੈ। ਪਿੰਡਾਂ 'ਚ ਰਹਿੰਦੇ ਹੈ ਤਾਂ ਤੁਸੀਂ ਸਮਝ ਹੀ ਲਓ, ਕਿਤੇ ਨੈੱਟ ਨਹੀਂ ਚੱਲਦਾ। BSNL ਦੀ ਸਥਿਤੀ ਇਹ ਹੈ ਕਿ ਜੇ ਲਾਈਟ ਗਈ ਤਾਂ ਜਨਰੇਟਰ ਨਹੀਂ, ਬੁਰਾ ਹਾਲ ਹੈ। ਇਹਦੇ ਸੰਬੰਧ ਵਿੱਚ ਸਾਡੇ ਨਾਲ ਜੁੜਨਗੇ ਜੀ ਪ੍ਰਾਈਵੇਟ ਸਕੂਲਾਂ ਦੇ ਜਿਹੜੀ ਐਸੋਸੀਏਸ਼ਨ ਆ ਉਹਦੇ ਜਨਰਲ ਸੈਕਟਰੀ ਸਕੱਤਰ ਸਿੰਘ ਜੀ, ਅਤੇ ਨਾਲ ਤੁਹਾਡੀਆਂ ਕਾਲਸ ਲਵਾਂਗੇ ਇਸ ਵਿਸ਼ੇ ਦੇ ਉੱਤੇ। ਪਲੀਜ਼ ਪਹਿਲਾਂ ਸੁਨੇਹੇ ਲਾ ਦਿਓ। ਜਿਨ੍ਹਾਂ ਮਾਪਿਆਂ ਦੀਆਂ ਕੋਈ ਗੱਲਾਂ ਨੇ ਉਹ ਆਪਾਂ ਅੱਜ ਇਸ ਪੈਨਲ ਦੇ ਵਿੱਚ ਖੁੱਲ੍ਹ ਕੇ ਕਰਾਂਗੇ। ਵਾਸ਼ਿੰਗਟਨ ਫਰੇਟ ਸਰਵਿਸ ਜਿਹੜੀ ਲੋਕਲ ਸੈਟਲ ਏਰੀਆ ਟਰੱਕਰਸ ਅਤੇ ਓਨਰ ਆਪਰੇਟਰਸ ਨੂੰ ਜੋਬ ਦਿੰਦੀ ਹੈ ਜੀ, ਪੰਜਾਬੀ ਅਤੇ ਇੰਗਲਿਸ਼ ਡਿਸਪੈਚ ਕਰਦੀ ਹੈ। ਗੁਰਵਿੰਦਰ ਸਿੰਘ ਧਾਲੀਵਾਲ ਹੋਰਾਂ ਨਾਲ 206 354 40 60 'ਤੇ ਕਾਲ ਕਰ ਸਕਦੇ ਹੋ। ਅਕਾਲ ਟਰੱਕ ਐਂਡ ਟ੍ਰੇਲਰ ਜਿਹੜੇ ਕਿ ਹੁਣ ਆਪਣੀ ਨਵੀਂ ਲੋਕੇਸ਼ਨ 'ਤੇ ਚਲੇ ਗਏ ਨੇ, ਜਿਹੜੇ ਵੀ ਟਰਾਂਸ ਕੈਨੇਡਾ ਚੱਲਦੇ ਨੇ ਉਹ ਨੰਬਰ ਨੋਟ ਕਰ ਲੈਣ, ਕਿਉਂਕਿ ਵਿਨੀਪੈਗ ਜੋ ਮੈਨੀਟੋਬਾ 'ਚ ਬਿਲਕੁਲ ਸੈਂਟਰ 'ਚ ਪੈਂਦਾ। ਹੁਣ ਇਹ ਨਵੀਂ ਲੋਕੇਸ਼ਨ ਹੈ ਜੀ 82 ਰੇਨਮ ਡਰਾਈਵ ਫਾਰਮਰ ਰੋਡ 'ਤੇ, ਜਿੱਥੇ ਨਵਾਂ ਇੰਡਸਟਰੀਅਲ ਏਰੀਆ। ਹੁਣ ਤੁਹਾਨੂੰ ਇੱਥੇ ਜਿੱਥੇ ਪਹਿਲਾਂ ਵਾਲੀਆਂ ਸਹੂਲਤਾਂ, ਵਿੰਡ ਸਕਰੀਨ ਚੇਂਜ, ਬ੍ਰੇਕਸ, ਇੰਜਨ ਰੀਬਿਲਟ, ਟਰਾਂਸਮਿਸ਼ਨ, ਡਿਫਰੈਂਸ਼ੀਅਲ ਅਤੇ DOT ਸੇਫਟੀ ਤੋਂ ਇਲਾਵਾ ਹੋਰ ਸਾਰੇ ਕੰਮ ਕਰਕੇ ਦਿੱਤੇ ਜਾਂਦੇ ਸੈਮੀਜ਼ ਦੇ ਲਈ। ਹੁਣ ਤੁਹਾਨੂੰ ਇੱਥੇ ਵਾਸ਼, ਕੁਇਕ ਟਰੱਕ ਲੀਵ ਦੇ ਨਾਲ ਨਾਲ ਪਾਰਕਿੰਗ ਦੀ ਸਹੂਲਤ ਵੀ ਉਪਲਬਧ ਹੈ। ਬਲਤੇਜ ਪਰਨੇਸਰ ਹੋਰਾਂ ਨਾਲ 204 459 2000 'ਤੇ ਸੰਪਰਕ ਕਰ ਸਕਦੇ ਹੋ। ਬੇਕਰਸਵੀਲ ਏਰੀਏ ਦੇ ਜਿੰਨੇ ਵੀਰ ਇੱਥੇ ਰਹਿੰਦੇ ਨੇ, ਜੇਕਰ ਉਹ ਸੋਲਰ ਸਿਸਟਮ ਲਵਾਉਣਾ ਚਾਹੁੰਦੇ ਤਾਂ ਜਤਿੰਦਰ ਸਿੰਘ ਤੂਰ ਹੋਰਾਂ ਨਾਲ 661 7541 722 'ਤੇ ਕਾਲ ਕਰ ਸਕਦੇ ਹੋ। ਸੋ ਕੁਛ ਵਪਾਰਿਕ ਸੁਨੇਹੇ ਲੈ ਲਈਏ ਅਤੇ ਫਿਰ ਆਪਾਂ ਜੁੜਦੇ ਹਾਂ ਜੀ। भाई जी नवी DD15 चलाउंदे ਜਾਂ ਬੇਕਾਰ ਮੈਕਸ ਫੋਰਸ, ਕਮਿੰਸ ISX, ਵੋਲਵੋ, ਮਰਸੀਡੀਜ਼ ਸਪ੍ਰਿੰਟਰ ਜਿਹੀ ਮੋਟਰ ਹੋਵੇ, ਤੇਲ ਹੋਰ ओरिजिनल ਫਿਲਟਰ ਤਾਂ ਚੇਂਜ ਕਰਾਉਣਾ ਹੀ ਆ ਜਾਓ ਫਿਰ ਕੁਇਕ ਟਰੱਕ ਲਿਊਬ, ਟਰੱਕ ਸਰਵਿਸਿੰਗ। ਵਾਹ ਭਾਈ ਵਾਹ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ ਯੂਜ਼ ਕਰੋ। 2 ਲੋਕੇਸ਼ਨਸ ਤੁਸੀਂ ਜਾਣਦੇ ਹੀ ਹੋ, ਐਗਜ਼ਿਟ 268 ਔਨ ਹਾਈਵੇ 401 ਔਰ ਐਗਜ਼ਿਟ 5 ਔਨ QEW। ਕੁਇਕ ਟਰੱਕ ਲਿਊਬ, ਖੁਸ਼ ਹੋ ਕੇ ਪਰਤੋਗੇ। ਮੰਨ ਲਓ 519 622 0660 519 622 0660 QTL, because we care. Quick Truck Lube। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ, ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 360 652 6066। ਇਹ 2 ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲੌਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲੌਸਟ ਹਿਲਸ। ਫੋਨ ਨੰਬਰ 661 797 2354। ਉਹ ਯਾਰ ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ? ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। जी हाँ, ड्रीमलाइनर एक्सप्रेस कंपनी कैलगरी अल्बर्टा कैनेडा, जिन्हां नूं साफ सुथरे रिकॉर्ड ते 2 साला तजर्बे वाले ड्राइवर्स दी लोड़ है। इन्हां कोल कैलगरी अल्बर्टा तो कैलिफोर्निया ते एरिजोना दे सिद्धे रन। इन्हां कोल ड्राई ते रीफर लोड भी है। होम रिटर्न विद इन 5 days, बाई वीकली ते चंगी तनख्वाह दिंदे आ। और हाँ, सिंगल ते टीम्स दोनां नूं हायर करदे ने। वधेरे जानकारी लई कॉल 403 404 9501 403 404 9501। ड्रीमलाइनर एक्सप्रेस कंपनी कैलगरी अल्बर्टा कैनेडा। ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹਈਆਜ਼ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ। ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 855600 2064 ਅਤੇ 855660 02071।
JB Truck Repair, Yuba City, Certified Cummins, Detroit Freightliner, Western Star, Volvo, Caterpillar ਅਤੇ Series 60 ਇੰਜਨਸ, ਇੰਟਰਨੈਸ਼ਨਲ ਅਤੇ ਆਟੋਮੈਟਿਕ ਟਰਾਂਸਮਿਸ਼ਨਸ, 5 ਸਾਲ ਦਾ ਫਰੇਟਲਾਈਨ ਡੀਲਰਸ਼ਿਪ ਦਾ ਐਕਸਪੀਰੀਅੰਸ। ਇਹ ਇੰਜਨ, ਟਰੱਕ, ਟ੍ਰੇਲਰ, AC, ਇਲੈਕਟ੍ਰੀਕਲ, DPF, DEF ਰਿਪੇਅਰ ਕਰਦੇ ਹਨ। ਟਰਾਂਸਮਿਸ਼ਨ, ਰੀਅਰ ਐਂਡ, ਬ੍ਰੇਕਸ, ਆਇਲ ਚੇਂਜ ਕਰ ਦਿੰਦੇ ਹਨ। ਸਰਟੀਫਾਈਡ 90 ਡੇ DOT ਇੰਸਪੈਕਸ਼ਨ ਅਤੇ ਸਰਟੀਫਾਈਡ ਐਨੂਅਲ ਫੈਡਰਲ DOT ਇੰਸਪੈਕਸ਼ਨ ਕਰਦੇ ਹਨ। 100 ਮਾਈਲ ਦੇ ਰੇਡੀਅਸ ਵਿੱਚ ਰੋਡ ਅਸਿਸਟੈਂਸ 24/7। ਨਵੇਂ ਕਸਟਮਰਸ ਲਈ 10% ਡਿਸਕਾਊਂਟ। ਹਫਤੇ ਦੇ 7 ਦਿਨ ਸਵੇਰੇ 7 ਤੋਂ ਸ਼ਾਮੀ 7 ਵਜੇ ਤੱਕ ਖੁੱਲੇ ਰਹਿੰਦੇ ਹਨ। ਹੋਰ ਜਾਣਕਾਰੀ ਲਈ ਕਾਲ ਜਗਰੂਪ ਬੋਇਲ 916 696 0634 ਜਾਂ ਜਗਰਾਜ ਬਲ 530 339 15। ਐਡਰੈਸ 3894 ਰੇਲ ਰੋਡ ਐਵੇਨਿਊ, ਯੂਬਾ ਸਿਟੀ। ਇੱਥੇ ਹੁਣ ਟਰੱਕਾਂ ਦੇ ਯੂਜ਼ਡ ਤੇ ਬ੍ਰਾਂਡ ਨਿਊ ਟਾਇਰ ਵੀ ਮਿਲਦੇ ਹਨ। ਬੇਕਰਸਫੀਲਡ ਵਿਖੇ ਯੂਨੀਅਨ ਅਤੇ ਪਲਾਨਸ ਰੋਡ ਦੇ ਕਾਰਨਰ ਤੇ ਖੁੱਲ ਗਿਆ ਹੈ ਨਵਾਂ ਟਰੱਕ ਸਟਾਪ ਯੂਨੀਅਨ ਵਿਲੇਜ, ਜਿੱਥੇ ਮਿਲਦਾ ਹੈ ਵਧੀਆ ਗੈਸ ਅਤੇ ਬਿਨਾ ਬਾਇਓਡੀਜ਼ਲ ਦੇ ਵਧੀਆ ਤੇ ਸਸਤਾ ਡੀਜ਼ਲ। ਹਰ ਤਰ੍ਹਾਂ ਦੀ ਗਰੋਸਰੀ, ਚਾਈਨੀਜ਼ ਅਤੇ ਇੰਡੀਅਨ ਰੈਸਟੋਰੈਂਟ, ਜਿੱਥੇ ਮਿਲੇਗਾ ਵਧੀਆ ਖਾਣਾ। 2 ਪਰੌਂਠੇ ਸਿਰਫ 499 ਚ। ਟਰੱਕ ਡਰਾਈਵਰ ਵੀਰਾਂ ਲਈ 2 ਗੋ ਅਤੇ ਬੈਠ ਕੇ ਖਾਣ ਲਈ ਵਧੀਆ ਜਗ੍ਹਾ। ਨਵੇਂ ਅਤੇ ਪੁਰਾਣੇ ਟਾਇਰਾਂ ਲਈ ਅਤੇ ਟਰੱਕਾਂ ਦੀ ਮਾਈਨਰ ਰਿਪੇਅਰ ਲਈ ਅੱਜ ਹੀ ਕਾਲ ਕਰੋ ਸੁਖੀ ਘੁੰਮਣ 661-885 8858 661 885 8858। ਐਡਰੈਸ 2201 ਸਾਊਥ ਯੂਨੀਅਨ ਐਵੇਨਿਊ, ਬੇਕਰਸਫੀਲਡ, ਕੈਲੀਫੋਰਨੀਆ 93307। ਯੂਨੀਅਨ ਵਿਲੇਜ। ਸੋ ਪ੍ਰੋਗਰਾਮ ਸ਼ਮਾਦਾਨ ਦੇ ਆਗਾਜ਼ ਕਰਦੇ ਹੋਏ ਸਰਦਾਰ ਜਸਵੀਰ ਸਿੰਘ ਭੱਟੀ ਹੋਰੀ ਮੇਰੇ ਨਾਲ ਜੁੜ ਗਏ ਨੇ। ਭੱਟੀ ਸਾਹਿਬ ਗੁਰਫਤਿਹ ਜੀ, ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭੱਟੀ ਸਾਹਿਬ, ਦਿੱਲੀ ਦੀਆਂ ਚੋਣਾਂ ਤਾਂ ਪੂਰਾ ਜੇ ਆਪਾਂ ਆਖੀਏ ਕਿ ਆਪਣੇ ਜੋਬਨ ਵੱਲ ਨੂੰ ਵੱਧ ਰਹੀਆਂ ਨੇ। ਹੁਣ ਪਤਾ ਚੱਲਿਆ ਕਿ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਦੀ ਵੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਜਿੱਥੋਂ ਤੱਕ ਦਿੱਲੀ ਦੀਆਂ ਚੋਣਾਂ ਦੀ ਤੁਸੀਂ ਗੱਲ ਕੀਤੀ ਹੈ ਜੀ, ਦਿੱਲੀ ਦੀਆਂ ਚੋਣਾਂ ਜਿਹੜੀਆਂ ਵਾ ਉਹਨਾਂ ਦਾ ਜਿਹੜਾ ਜਲਾਅ ਉਹ ਆਖਰੀ 1 ਹਫ਼ਤਾ ਖਰੀਦਦਾ ਹੁੰਦਾ। ਉਹਦਾ ਕਾਰਨ ਇਹ ਆ ਕਿ ਉੱਥੇ ਹਲਕੇ ਬੜੇ ਛੋਟੇ ਹੁੰਦੇ ਆ, ਵੋਟਾਂ ਵੀ ਬਹੁਤੀਆਂ ਨਹੀਂ ਹੁੰਦੀਆਂ ਜੀ। ਇੱਕ ਦਿਨ 'ਚ ਬੰਦਾ ਸਾਰੇ ਹਲਕੇ ਗਾ ਸਕਦਾ ਵਾ। ਇਸ ਕਰਕੇ ਉਹਦਾ ਜਲਾਅ ਜਿਹੜਾ ਆਖਰੀ 1 ਹਫ਼ਤਾ ਉਦੋਂ ਪੂਰਾ ਹੋਏਗਾ ਜੀ। ਹਾਲ ਦੀ ਕੜੀ ਤੇ ਲੰਗਰ ਫੜ ਕੇ ਬਾਲਟੀ ਲੈ ਕੇ ਲੰਗਰ ਵਰਤਾ ਰਹੇ ਆਪਾਂ, ਤਾਂ ਕਿ ਪਤਾ ਲੱਗ ਸਕੇ ਸਾਡਾ ਕਿਉਂ ਨਿਸ਼ਾਨ ਬਾਲਟੀ ਹੈ। ਤੇ ਸਰਨਾ ਸਾਹਿਬ ਕਹਿੰਦੇ ਆ ਵੀ ਅਸੀਂ ਗੱਡੀ ਆਪਣੀ 120 ਸਪੀਡ ਤੇ ਭਜਾਉਣੀ, ਭਾਵੇਂ ਸਾਡਾ ਚਲਾਣੀ ਹੋ ਜਾਏ, ਕੋਈ ਗੱਲ ਨਹੀਂ ਜੀ ਜੀ। ਲੇਕਿਨ ਉਹਦੇ ਵਿੱਚ ਤੁਸੀਂ ਗੱਲ ਕੀਤੀ ਹੈ ਸ਼੍ਰੋਮਣੀ ਕਮੇਟੀ ਦੀ। ਸ਼੍ਰੋਮਣੀ ਕਮੇਟੀ ਦੇ ਅੱਜ ਤੋਂ 3-4 ਮਹੀਨੇ ਪਹਿਲਾਂ ਜਿਹੜੇ ਗੁਰਦੁਆਰਾ ਚੋਣ ਕਮਿਸ਼ਨ ਸੀ, ਹਾਈ ਕੋਰਟ ਦੇ ਨਿਰਦੇਸ਼ਾਂ ਦੇ ਉਹਦੀ ਨਿਯੁਕਤੀ ਕਰਨੀ ਪਈ ਸੀ ਕੇਂਦਰ ਨੂੰ ਜੀ। ਉਹਦੇ ਵਿੱਚ ਜਸਟਿਸ SS ਸਾਰੋ ਜਿਹੜੇ ਰਿਟਾਇਰਡ ਹਾਈ ਕੋਰਟ ਦੇ ਐਕਟਿੰਗ ਚੀਫ ਜਸਟਿਸ ਨੇ ਜੀ, ਪੂਰੇ ਨਹੀਂ ਐਕਟਿੰਗ, ਉਹਨਾਂ ਦੇ ਜਿਹੜੇ ਉਹਨਾਂ ਨੂੰ ਲਾਇਆ ਸੀ ਤਾਂ ਉਹਨਾਂ ਨੂੰ ਪੰਜਾਬ ਸਰਕਾਰ ਨੇ ਦਫ਼ਤਰ ਦੇਣ ਦੇ ਵਿੱਚ ਕਾਫੀ ਦੇਰੀ ਕਰ ਦਿੱਤੀ। ਤੇ ਪਿਛਲੇ ਮਾਰਚ ਮਹੀਨੇ ਦੇ ਵਿੱਚ ਜਦੋਂ ਆਪਾਂ ਰੌਲਾ ਪਾਇਆ ਸੀ, ਉਦੋਂ ਸਾਰੋ ਸਾਹਿਬ ਦਾ ਇੱਕ ਬਿਆਨ ਆਇਆ ਸੀ, CM ਸਾਹਿਬ ਨੇ ਕਿਹਾ ਸੀ ਮੈਨੂੰ ਜੱਜ ਸਾਰੋ ਸਾਹਿਬ ਕੱਲ ਮਿਲ ਕੇ ਗਿਆ ਤੇ ਪੱਤਰਕਾਰ ਨੇ ਗੱਲ ਮਿਲਦੀ ਜੀ ਦਫ਼ਤਰ ਦੇ ਕੰਮ ਕਰਨ ਨੂੰ ਜੀ। ਉਦੋਂ ਬਾਅਦ ਸਰਗਰਮੀ ਤੇਜ਼ ਹੋਈ ਸੀ ਤੇ ਹੁਣ ਉਹਨਾਂ ਦੇ ਦਫ਼ਤਰ ਨੂੰ ਰੈਨੋਵੇਟ ਕੀਤਾ ਜਾ ਰਿਹਾ। ਉਮੀਦ ਆ ਅਗਲੇ ਚੰਦ ਦਿਨਾਂ ਦੇ ਵਿੱਚ ਉਹ ਆਪਣੇ ਦਫ਼ਤਰ 'ਚ ਆ ਕੇ ਬੈਠ ਜਾਣਗੇ ਜੀ। ਜਦੋਂ ਦਫ਼ਤਰ 'ਚ ਬੈਠਣਗੇ ਤਾਂ ਫਿਰ ਕੰਮ ਵੀ ਹੋਏਗਾ। ਜਦੋਂ ਪੂਰਾ ਇਨਫਰਾਸਟ੍ਰਕਚਰ ਮਿਲ ਗਿਆ। ਲੇਕਿਨ ਕੁਝ ਲੋਕ ਇਹ ਮਹਿਸੂਸ ਕਰਦੇ ਆ ਵੀ ਸ਼ਾਇਦ ਇਹ ਚੋਣਾਂ ਨਵੰਬਰ 2021 ਦੇ ਵਿੱਚ ਹੋ ਜਾਣ ਜੀ, ਕਿਉਂਕਿ ਇੱਥੇ ਕਾਂਗਰਸ ਇਹ ਵੇਖਣਾ ਵੀ ਜੇ ਤੇ ਚੋਣਾਂ ਬਾਦਲ ਕੇ ਜਿੱਤਦੇ ਹੋਏ ਤੇ ਫਿਰ ਸ਼ਾਇਦ ਉਹ ਨਾ ਕਰੋ, ਨਾ ਜਿੱਤਦੇ ਹੋਏ ਤੇ ਫਿਰ ਸ਼ਾਇਦ ਉਹ ਕਰਵਾ ਦੇਣ ਜੀ। ਵੈਸੇ ਵੀ ਐਤਕੀ ਕੈਪਟਨ ਸਾਹਿਬ ਦੀ ਪਿਛਲੀ ਵਾਰੀ 5 ਸਾਲ ਜਿਹੜੀ ਸੀ ਰਲੀ ਮਿਲੀ ਸਰਕਾਰ ਸੀਗੀ ਕਾਦੀਆਂ ਦੀ ਤੇ ਕਾਂਗਰਸ ਦੀ ਜੀ, ਤੇ ਗਾਂ ਵੀ ਉਹੀ ਸਰਕਾਰ ਬਣਨ ਦੀ ਆਸ ਕੀਤੀ ਜਾ ਰਹੀ ਹੈ। ਕਿਉਂਕਿ ਜਿੰਨੀ ਇੱਥੇ ਕਾਂਗਰਸ ਦੀ ਚੱਲਦੀ ਉਸ ਤੋਂ ਬਹੁਤੀ ਕਾਦੀਆਂ ਦੀ ਚੱਲਦੀ ਰਹੀ ਹੈ ਸਰਕਾਰ ਦੀ ਕੈਪਟਨ ਸਾਹਿਬ। ਹੁਣ ਇਹਦੇ ਵਾਸਤੇ ਵੇਖੋ SGPC ਦੀ ਚੋਣ ਜਿਹੜੀ ਆ ਇਹ ਬੇਸਿਕਲੀ 2016 ਚ ਡਿਊ ਸੀ, ਲੇਕਿਨ ਪਿੱਛੇ ਜੇ ਬੀਬੀ ਜਗੀਰ ਕੌਰ ਦਾ ਬਿਆਨ ਆ ਗਿਆ ਸੀ ਵੀ ਸਾਨੂੰ ਤੇ ਕੰਮ ਕਰਨ ਦਾ ਮੌਕਾ ਹੀ 2016 ਚ ਮਿਲਿਆ ਸੀ ਜੀ। ਪਰ ਬੀਬੀ ਜੀ ਸੁਪਰੀਮ ਕੋਰਟ ਨੇ ਜਦੋਂ ਸਹਿਧਾਰੀਆਂ ਤੇ ਫੈਸਲਾ ਦਿੱਤਾ ਕੋਈ ਨੋਟੀਫਿਕੇਸ਼ਨ ਨਹੀਂ ਕੀਤਾ ਉਹਨਾਂ ਨੇ। ਉਹਨਾਂ ਸਿਰਫ ਇਹਨਾਂ ਲਿਖਿਆ ਵੀ ਇਹਦੇ ਤੇ ਹੁਣ ਜਿਹੜਾ ਵਾ ਕਾਨੂੰਨ ਬਣ ਚੁੱਕਾ ਵਾ, ਐਕਟ ਬਣ ਚੁੱਕਾ ਵਾ, ਇਹਦੇ ਵਿੱਚ ਸੁਪਰੀਮ ਕੋਰਟ ਕੁਛ ਨਹੀਂ ਕਰ ਸਕਦੀ ਜੀ।
ਤੇ ਤੁਹਾਡੀ ਚੋਣ ਜਿਹੜੀ ਉਹ 18 ਸਤੰਬਰ 2011 ਨੂੰ ਹੋ ਚੁੱਕੀ ਹੈ ਜੀ। ਇਸ ਕਰਕੇ 2016 ਚ ਡਿਊ ਡੇਟ ਬਣਦੀ ਜੀ, ਜਾਂ ਤੇ ਸੁਪਰੀਮ ਕੋਰਟ ਆਪਣੇ ਆਰਡਰ 'ਚ ਲਿਖਦੀ ਕਿ 5 ਸਾਲ ਇਸ ਹਾਊਸ ਨੂੰ ਕੰਮ ਕਰਨ ਦਾ ਟਾਈਮ ਨਹੀਂ ਮਿਲਿਆ ਤੇ ਇਹ 5 ਸਾਲ ਵਾਲੇ ਕੰਮ ਕਰੇਗੀ, ਬਿਲਕੁਲ ਨਹੀਂ ਲਿਖਿਆ ਉਹਨੇ ਜੀ। ਲੇਕਿਨ ਇਹ ਲੋਕਾਂ ਨੂੰ ਵੀ ਤੇ ਸਭ ਨੂੰ ਬੇਵਕੂਫ ਬਣਾਉਂਦੇ ਰਹੇ। ਉਹ 5 ਸਾਲ ਦੀ ਟੇਨਰ ਵਾਕਿਆ 2016 ਚ ਖਤਮ ਹੋ ਗਈ ਸੀ। ਜੇ ਚੋਣਾਂ ਹੋਣੇ ਹੁੰਦੀਆਂ ਤੇ 2016 ਚ ਹੋ ਸਕਦੀਆਂ ਜੀ। ਲੇਕਿਨ ਅਫਸੋਸ ਆਦਾਨੇ ਵਾਲੀ ਹੈ ਸਾਹਿਬ ਜੀ, ਸਾਡੇ ਬਜ਼ੁਰਗ ਕਹਿੰਦੇ ਉਹਨੇ ਨੂੰ ਅੰਗਰੇਜ਼ ਦਾ ਜਿਹੜਾ ਸ਼ਾਸਨ ਸੀ ਚੰਗਾ ਸੀ, ਉਹਦਾ ਰਾਜ ਠੀਕ ਸੀ। ਕਿਉਂ ਕਹਿੰਦੇ ਸੀ ਜੀ? ਅੰਗਰੇਜ਼ ਦੇ ਰਾਜ ਦੇ ਵਿੱਚ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵੀ ਸਮੇਂ ਸਿਰ ਹੁੰਦੀਆਂ ਨਹੀਂ। ਜੇ ਪਹਿਲਾਂ 4 ਸਾਲ ਸੀ, ਮੁੜ ਕੇ 5 ਸਾਲ ਸੀ, ਬਿਲਕੁਲ ਟਾਈਮ ਸਿਰ ਦੇ ਰਹੀਆਂ ਜੀ। ਲੇਕਿਨ ਉਦੋਂ ਬਾਅਦ ਜਿਹੜੀਆਂ ਚੋਣਾਂ ਕਦੀ ਵੀ ਟਾਈਮ ਸਿਰ ਨਹੀਂ ਹੋਈਆਂ ਜੀ। 67 ਹੋਈਆਂ ਤੇ ਮੁੜ ਕੇ ਅੱਗੇ 89 ਚ ਹੋਈਆਂ, 89 ਤੋਂ ਬਾਅਦ 96 ਚ, 96 ਚ ਅੱਗੇ 2004 ਚ, 2004 ਤੋਂ 2011 ਚ, ਤੇ 2011 ਚ ਹੁਣ ਆਸ ਹੈ ਜੀ। ਅਜੇ ਆਸ ਕਦੋਂ ਹੋਣੀ ਨਹੀਂ ਪਤਾ ਜੀ। ਇਸ ਕਰਕੇ ਇਹ ਚੋਣਾਂ ਵੱਲ ਕਿਸੇ ਦਾ ਵੀ ਕੋਈ ਧਿਆਨ ਨਹੀਂ, ਕਿਉਂਕਿ ਸਵਾਏ ਅਕਾਲੀ ਦਲ ਨੂੰ ਜਾਂ ਸਿੱਖਾਂ ਨੂੰ ਇਹਨਾਂ ਚੋਣਾਂ ਦਾ ਕੋਈ ਫਾਇਦਾ ਨਹੀਂ ਜੀ। ਕਿਉਂਕਿ ਕਾਂਗਰਸ ਕਹਿੰਦੀ ਅਸੀਂ ਕਿਉਂ ਕਰਾਈਏ ਜੀ, ਇਹਨਾਂ ਦਾ ਮਾਮਲਾ ਹੈਗਾ ਨਹੀਂ, ਆਪਾਂ ਕਰ ਲੈਣਾ ਆਪੇ ਹੀ ਹੋ। ਲੇਕਿਨ ਜਿੰਨੀ ਵਾਰੀ ਵੀ ਚੋਣਾਂ ਹੋਈਆਂ ਵਾ ਉਦੋਂ ਇਹ ਬਕਾਇਦਾ ਤੌਰ ਤੇ ਹਾਈ ਕੋਰਟ ਦੇ ਦਿਸ਼ਾ ਨਿਰਦੇਸ਼ਾਂ ਤੋਂ ਹੋਈਆਂ ਜੀ। 1996 ਜਦੋਂ ਚੋਣਾਂ ਹੋਈਆਂ ਸੀ, ਜਥੇਦਾਰ ਟੌੜਾ ਆਪ ਅਦਾਲਤ 'ਚ ਗਏ ਸੀਗੇ। ਹਾਲੀ ਕਿ ਉਹਨਾਂ ਦੀ ਪ੍ਰਧਾਨਗੀ ਕਾਇਮ ਸੀਗੀ, ਉਹਨਾਂ ਦੀ ਪ੍ਰਧਾਨਗੀ ਨੂੰ ਖਤਰਾ ਨਹੀਂ ਸੀ, ਕੋਲ ਆਪ ਅਦਾਲਤ 'ਚ ਗਏ ਸੀ ਵੀ ਚੋਣਾਂ ਕਰਾਈਆਂ ਜਾਣ। ਉਹੀ ਚੋਣਾਂ ਉਹਨਾਂ ਦੇ ਜਿਹੜਾ ਜੋੜਾਂ 'ਚ ਬਹਿ ਗਈਆਂ, ਜਿਹੜੀ ਮੁੜ ਕੇ ਉਹਨਾਂ ਨੂੰ 3-4 ਸਾਲ ਜਿਹੜਾ ਸੀ ਬਾਹਰ ਰਹਿਣਾ ਪਿਆ ਸੱਤਾ ਤੋਂ ਜੀ। ਹੁਣ ਇਹ ਚੋਣਾਂ ਜਿਹੜੀਆਂ ਵੇ ਇਹਦੇ ਵਿੱਚ 120 ਹਲਕੇ ਹੁੰਦੇ ਆ ਜੀ। ਅੱਛਾ ਜੀ। 120 ਹਲਕਿਆਂ ਦੇ ਵਿੱਚੋਂ 9 ਹਲਕੇ ਜਿਹੜੇ ਆ ਇਹ ਹੋੜੇ ਆ ਹਰਿਆਣੇ ਦੇ ਜੀ, ਤੇ 2 ਹਲਕੇ ਇੱਕ ਚੰਡੀਗੜ੍ਹ ਦਾ ਤੇ ਇੱਕ ਹਿਮਾਚਲ ਦਾ ਹੋਣਾ ਜੀ। 157 ਮੈਂਬਰ ਜਿਹੜੇ ਆ ਉਹ ਚੁਣੇ ਜਾਣੇ ਪੰਜਾਬ ਚੋਂ, ਤੇ ਬਾਕੀ 11 ਹਰਿਆਣੇ ਤੇ 2 ਦੂਜੇ ਚੁਣੇ ਜਾਣੇ। 170 ਮੈਂਬਰਾਂ ਦੀ ਚੋਣ ਹੋਣੀ ਆ ਤੇ ਬਾਕੀ 15 ਮੈਂਬਰ ਕੁਆਪਟ ਹੋਣੇ ਜੀ। ਉਹ ਜਦੋਂ ਪਹਿਲੀ ਮੀਟਿੰਗ ਹਾਊਸ ਦੀ ਹੋਣੀ ਆ, ਉਹਨੂੰ ਪ੍ਰੈਜ਼ਾਈਡ ਜ਼ਿਲ੍ਹੇ ਦਾ ਡੀਸੀ ਕਰੇਗਾ। ਪਿੱਛੇ ਜੇ ਰੌਲਾ ਪੈ ਗਿਆ ਸੀ, ਸਗੋਂ ਸਿਮਰਨ ਸਿੰਘ ਮਾਨ ਨੇ ਕਿਹਾ ਵੀ ਉਹਨੇ ਅੱਜ ਡੀਸੀ ਪ੍ਰੈਜ਼ਾਈਡ ਕਰਨਾ ਵਾ। ਇਹਨਾਂ ਨੇ ਕਿ ਹਿੰਦੂ ਡੀਸੀ ਨੂੰ ਛੁੱਟੀ ਭੇਜ ਕੇ ਤਰਨਤਾਰਨ ਦੇ ਡੀਸੀ ਨੂੰ ਲਿਆ ਕੇ ਇੱਥੇ ਪ੍ਰੈਜ਼ਾਈਡ ਕਰਾਇਆ ਸੀਗਾ ਜੀ, ਐਕਟਿੰਗ ਚਾਰਜ ਦੇ ਕੇ ਵੀ ਸਰਦਾਰ ਸੀਗਾ। ਜਦੋਂ ਇੱਕ ਵਰਮਾ ਇੱਥੇ ਲਾਇਆ ਸੀ ਚੋਣ ਕਮਿਸ਼ਨ, ਤੇ ਉਦੋਂ ਵੀ ਇਹਨਾਂ ਰੌਲਾ ਪਾਤਾ ਸੀ ਵੀ ਇਹਨੂੰ ਹਿੰਦੂ ਨੂੰ ਕਿਵੇਂ ਲਾਤੇ, ਸਿੱਖਾਂ ਦੀ ਚੋਣਾਂ ਹੈਗੀਆਂ। ਤੇ ਸਿਮਰਨ ਸਿੰਘ ਮਾਨ ਨੂੰ ਉਦੋਂ ਵੀ ਕਿਹਾ ਸੀ ਅਧਿਕਾਰੀ ਆ ਜੀ, ਉਹ ਪੁਆਇੰਟ ਕਰ ਸਕਦੇ ਆ, ਤੁਸੀਂ ਕਿਉਂ ਰੌਲਾ ਪਾਉਂਦੇ ਹੋ। ਲੇਕਿਨ ਫਿਰ ਉਹਨਾਂ ਬਦਲਤਾ ਸੀ ਉਹਨੂੰ ਜੀ। ਇਸ ਕਰਕੇ 5 ਮੈਂਬਰ, ਅੱਗੇ 5 ਸਿੰਘ ਸਾਹਿਬ, 4 ਤਖਤ ਤੇ 5ਵਾਂ ਹੈਡ ਗ੍ਰੰਥੀ ਦਰਬਾਰ ਸਾਹਿਬ ਹੁੰਦਾ ਸੀ। ਹੁਣ 5 ਤਖਤਾਂ ਦੇ ਜਥੇਦਾਰ ਤੇ 6ਵਾਂ ਜਿਹੜਾ ਵਾ ਹੈਡ ਗ੍ਰੰਥੀ ਦਰਬਾਰ ਸਾਹਿਬ ਜੀ। ਟੋਟਲ 191 ਮੈਂਬਰ ਦਾ ਹਾਊਸ ਹੁੰਦਾ ਜੀ ਜੀ। 191 ਮੈਂਬਰਾਂ ਦੇ ਵਿੱਚੋਂ ਸਿਰਫ ਤੇ ਸਿਰਫ ਜਿਹੜੇ ਜਥੇਦਾਰ, ਤਖਤਾਂ ਦੇ ਜਥੇਦਾਰ ਤੇ ਹੈਡ ਗ੍ਰੰਥੀ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਹੁੰਦਾ। ਉਹ ਮੈਂਬਰ ਜ਼ਰੂਰ ਹੁੰਦੇ ਆ, ਬਾਕੀ 185 ਮੈਂਬਰ ਜਿਹੜੇ ਉਹ ਵੋਟ ਪਾਉਣ ਦਾ ਅਧਿਕਾਰ ਰੱਖਦੇ ਜੀ। 15 ਮੈਂਬਰ ਕੁਆਪ ਜਿਹੜੇ ਆ ਉਹ ਇਹਨਾਂ ਆਪ ਹੀ ਹਾਊਸ 'ਚ ਕਰ ਰਹੇ ਹੁੰਦੇ ਆ, ਸੈੱਟ ਪਹਿਲਾਂ ਕੀਤੇ ਹੁੰਦੇ ਵੀ ਆਹ ਤੁਸੀਂ ਕਰਦੇ ਹੋ, ਆਹ ਤੁਸੀਂ ਕਰਦੇ ਹੋ। ਦਾਨੇਵਾਲੀਆ ਸਾਹਿਬ ਜਦੋਂ ਇਹਨਾਂ ਨੇ ਬੀਬੀਆਂ ਦੀ ਨੁਮਾਇੰਦਗੀ ਦਿੱਤੀ ਨਾ ਜੀ, ਉਦੋਂ ਵੀ ਇੱਕ ਸਿੱਖ ਨੇ ਕੇਸ ਪਾਇਆ ਸੀ ਤੇ ਉਹਦੇ ਵਿਰੁੱਧ ਐਸਜੀਪੀਸੀ ਦੇ ਕੁਝ ਬੰਦੇ ਜਾਣ ਲਈ ਤਿਆਰ ਹੋਏ ਸੀ। ਉਹ ਕਿਉਂ ਜਾ ਰਹੇ ਸੀ? ਅੱਛਾ ਜੀ, ਦੱਸੋ। ਉਹਨਾਂ ਜਥੇਦਾਰ ਗੁਰਚਰਨ ਸਿੰਘ ਟੌੜਾ ਨੂੰ ਕਿਹਾ ਜੀ ਇਹ ਵੇਖੋ ਹੀ ਗਲਤ ਬੀਬੀਆਂ ਦੀ ਸ਼ਮੂਲੀਅਤ ਕਰਕੇ। ਲੇਕਿਨ ਕੋਰਟ ਦੇ ਥਰੂ ਆਈ ਸੀ ਉਹ ਜੀ। ਹੁਣ ਉਹਦੇ ਵਿੱਚ ਕਿਉਂ ਉਹਨੇ ਇਹ ਗੱਲ ਕਹੀ ਸੀ, ਉਹ ਕੁਲਵੰਤ ਸਿੰਘ ਸਕੱਤਰ ਹੁੰਦੇ ਸੀ, ਉਹਨਾਂ ਕਿਹਾ ਜੀ ਵੇਖੋ ਇਹ ਬੀਬੀਆਂ ਆ ਜਾਣ ਜੀ ਸਦਕੇ ਆਉਣ ਜੀ, ਲੇਕਿਨ ਉਹ ਜਿਹੜੀਆਂ ਡਿਜ਼ਰਵ ਕਰਦੀਆਂ ਵਾ। ਇਹਨਾਂ ਜਥੇਦਾਰਾਂ ਨੇ ਆਪਣੀਆਂ ਘਰਵਾਲੀਆਂ ਲੈ ਲਈਆਂ ਤੇ ਅੱਜ ਬਿਲਕੁਲ ਸਹੀ ਹੈ। ਉਹ ਬਹੁਤੀਆਂ ਇਹਨਾਂ ਦੇ ਪਰਿਵਾਰ ਦੇ ਵਿੱਚੋਂ ਕਿਸੇ ਦੀ ਨੂੰਹ ਆ, ਕਿਸੇ ਦੀ ਘਰਵਾਲੀ ਆ, ਕਿਸੇ ਦੀ ਕੋਈ ਮਾਂ, ਏਦਾਂ ਹੀ ਉਹ ਆ ਗਏ ਨੇ। ਆਮ ਬੰਦੇ ਦੀ ਫਿਰ ਨੁਮਾਇੰਦਗੀ ਨਹੀਂ ਕੀਤੀ ਗਈ। ਇਸ ਕਰਕੇ ਸ਼੍ਰੋਮਣੀ ਕਮੇਟੀ ਦੀ ਚੋਣ ਦੀ ਬੁਨਿਆਦ ਰੱਖੀ ਜਾ ਰਹੀ ਹੈ। ਦਿੱਲੀ ਦੀਆਂ ਚੋਣਾਂ ਤੋਂ ਬਾਅਦ ਵੇਖਿਆ ਜਾਏਗਾ, ਜਮਾ ਘਟਾਓ ਕਾਂਗਰਸ ਕਰੇਗੀ ਵੀ ਨਵੰਬਰ 2021 ਦੇ ਵਿੱਚ ਚੋਣਾਂ ਕਰਾਉਣੀਆਂ ਗਈਆਂ। ਲੇਕਿਨ ਉਮੀਦ ਆ ਜਿਹੜੇ
ਬੁੱਧੀਜੀਵੀ ਵਰਗ ਦੇ ਲੋਕ ਕਹਿੰਦੇ ਆ ਕਿ ਸ਼ਾਇਦ ਇਹ 2021 ਨਵੰਬਰ ਦੇ ਵਿੱਚ ਚੋਣਾਂ ਹੋ ਜਾਣ ਜੀ। ਬਿਲਕੁਲ ਹੋ ਜਾਣੀਆਂ ਤਾਂ ਚਾਹੀਦੀਆਂ ਜੀ, ਬਿਲਕੁਲ ਤੁਹਾਡੀ ਗੱਲ ਸਹੀ ਹੈ। ਤੇ ਕਿਉਂਕਿ ਉਹਦੀ ਇੱਕ ਪ੍ਰਕਿਰਿਆ ਉਹ ਬਾਕੀ ਜਿੰਨਾ ਧੱਕਾ ਤਾਂ ਤੁਹਾਨੂੰ ਪਤਾ ਵੀ ਇਹ ਹੈ ਵੀ ਤੁਹਾਡੀਆਂ ਵੋਟਾਂ ਜਿਹੜੀਆਂ ਨਾ ਤੁਹਾਡਾ BLO ਕੀ ਬਣਾਉਂਦਾ ਲੋਕ ਸਭਾ ਦੀਆਂ ਤੇ ਵਿਧਾਨ ਸਭਾ ਦੀਆਂ। ਇਹਦੇ ਵਿੱਚ ਤੁਹਾਨੂੰ ਆਪ ਜਾ ਕੇ ਉਹਦੇ ਫਾਰਮ ਛਪਣੇ, ਉਹ ਪਟਵਾਰੀ ਕੋਲੋਂ ਜਾਣੇ ਆ, ਪਟਵਾਰੀ ਕੋਲ ਜਾ ਕੇ ਤੁਸੀਂ ਫਾਰਮ ਲਾਣੇ, ਉਹ ਤੁਹਾਨੂੰ ਕਿੰਨੇ ਫਾਰਮ ਦਿੰਦਾ, ਕਦੋਂ ਦਿੰਦਾ, ਕੋਈ ਪਤਾ ਨਹੀਂ ਜੀ। ਉਹਦੇ ਉੱਤੇ ਬਕਾਇਦਾ ਤੇ ਤੁਹਾਡੀ ਤਸਵੀਰ ਲੱਗਣੀ ਹੈ, ਉਹਦੇ ਤੇ ਫਾਰਮ ਭਰ ਕੇ ਦੇਣਾ, ਉਹ 4-5 ਕਾਲਮ ਹੁੰਦੇ ਆ, ਤੁਸੀਂ ਜਮ੍ਹਾਂ ਕਰਾਉਣਾ ਉਹਦੇ ਕੋਲ। ਫਿਰ ਤੁਸੀਂ ਉਹਦੀ ਪੜਤਾਲ ਕਰਨੀ ਵੀ ਵਾਕਿਆ ਨੇ ਮੇਰਾ ਨਾਮ ਵੀ ਸ਼ਾਮਲ ਕਰ ਲਿਆ ਕਿ ਨਹੀਂ ਕਰ ਲਿਆ, ਉਹ ਥੋੜਾ ਲੰਮਾ ਪ੍ਰੋਸੀਜਰ। ਜਾਂ ਤੇ BLO ਨੂੰ ਫਿਰ ਅਧਿਕਾਰ ਦਿੱਤੇ ਜਾਣਗੇ, ਭਾਈ ਤੁਸੀਂ ਇਹਨਾਂ ਦੀ ਚੋਣਾਂ ਜਿਹੜੀਆਂ ਕਰਵਾਉਣੀਆਂ, ਤੁਸੀਂ ਵੋਟਾਂ ਬਣਾਓ ਜਾ ਕੇ ਜੀ ਜੀ। ਜੇ ਸਰਕਾਰ ਆਪਣੇ ਪੱਧਰ ਤੇ ਬਣਾਵੇ ਤੇ ਵੋਟਾਂ ਵੀ ਛੇਤੀ ਬਣ ਜਾਣ ਤੇ ਬਣ ਵੀ ਸਹੀ ਜਾਣ। ਜਦੋਂ 2011 ਦੀਆਂ ਚੋਣਾਂ ਹੋਈਆਂ ਜੀ, ਵੋਟਾਂ ਨਹੀਂ ਸੀ ਬਣੀਆਂ ਜੀ, ਕਮਿਸ਼ਨ ਨੇ ਕਹਤਾ ਵੋਟਾਂ ਨਹੀਂ ਬਣੀਆਂ। ਤੇ ਪੰਜਾਬ ਸਰਕਾਰ ਆਪਣੇ ਭਰਾਵਾਂ ਦੀ ਸੀਗੀ, ਪੰਥਕ ਸਰਕਾਰ ਸੀ, ਉਹਨਾਂ ਨੇ ਆਦੇਸ਼ ਦੇ ਦਿੱਤੇ ਪਟਵਾਰੀਆਂ ਨੂੰ ਤੇ ਲਿਸਟਾਂ ਲੈ ਲਓ, ਜਿਹਦੇ ਨਾਲ ਸਿੰਘ ਲੱਗਾ ਉਹ ਸਾਰੀਆਂ ਵੋਟਾਂ ਬਣਾ ਦਿਓ ਜੀ। ਉਹ ਸਾਰੀਆਂ ਵੋਟਾਂ ਬਣੀਆਂ ਸੀ ਜੀ। ਉਹਦੇ ਵਿੱਚ ਸਿੰਘ ਵਾਲੇ ਕਈ ਗੈਰ ਸਿੱਖ ਵੀ ਹੈਗੇ ਸੀ ਜੀ। ਉਹ ਕਹਿੰਦੇ ਸਾਡੀ ਵੋਟ ਬਣੀ, ਸਾਨੂੰ ਕਿਵੇਂ ਰੋਕ ਸਕਦੇ ਹੋ ਤੁਸੀਂ ਵੋਟ ਪਾਉਣ ਤੋਂ, ਪਾਈਆਂ ਵੋਟਾਂ ਜੀ। ਅੱਛਾ ਪੱਟੀ ਸਾਹਿਬ ਇੱਕ ਚੀਜ਼ ਦੱਸੋ, ਦੇਖੋ ਹੁਣ ਆਪਾਂ ਗੱਲਾਂ ਕਰਦੇ ਹਾਂ ਤਾਂ ਪੰਜਾਬ ਦੇ ਵਿੱਚ ਵੀ ਸਾਰੇ ਸਿਆਸੀ ਦਲਾਂ ਨੂੰ ਕਿਸਾਨਾਂ ਜਿਹੜੇ ਮਗਰ ਪੈ ਗਏ ਨੇ, ਖਾਸ ਕਰਕੇ ਅਕਾਲੀ ਦਲ ਦੇ ਮਗਰ ਵੀ। ਹੁਣ ਬੀਬੀ ਹਰਸਿਮਰਤ ਕੌਰ ਬਾਦਲ ਦਾ ਬਿਆਨ ਆਇਆ, ਕਹਿੰਦੇ ਇੱਕੋ ਹੀ ਜਿਹੜੀ ਆ ਅਸਲੀ ਰਾਜਨੀਤਿਕ ਪਾਰਟੀ ਹੈ, ਬਾਕੀ ਤਾਂ ਕਹਿੰਦੇ ਜਾਲੀ ਪਾਰਟੀਆਂ ਨੇ, ਉਹਨਾਂ ਦੇ ਦਰਮਿਆਨ ਸਾਡਾ ਕਹਿੰਦੇ ਉਹ ਹੋਊਗਾ ਮੁਕਾਬਲਾ ਹੋਊਗਾ ਇਲੈਕਸ਼ਨਾਂ 'ਚ, ਉਹਦਾ ਮੁਕਾਬਲਾ ਵੀ ਬਣਾਈ ਬੈਠੇ ਨੇ। ਚਲੋ ਵੇਖੋ ਜੀ, ਉਹ ਜੋ ਮਰਜ਼ੀ ਬਣਾਈ ਜਾਣ ਜੀ। ਪਹਿਲੀ ਗੱਲ ਬੀਬੀ ਜੀ ਨੂੰ ਇਹ ਜਾਣਕਾਰੀ ਹੋਣੀ ਚਾਹੀਦੀ ਹੈ ਵੀ ਪਹਿਲਾਂ ਤੁਸੀਂ ਫੈਸਲਾ ਕਰ ਲਓ ਹੁਸ਼ਿਆਰਪੁਰ ਦੀ ਗੱਲ ਜਾ ਕੇ ਵੀ ਤੁਹਾਡੀ ਪਾਰਟੀ ਰਾਜਸੀ ਆ ਕਿ ਧਾਰਮਿਕ। ਉਹ ਤੁਸੀਂ ਫੈਸਲਾ ਕੀਤਾ ਨਹੀਂ, ਉੱਥੇ ਤੁਸੀਂ ਜਵਾਬ ਦਿੰਦੇ ਨਹੀਂ, ਜਵਾਬ ਜਾ ਕੇ ਦਿਓ ਉੱਥੇ ਜੀ। ਹੁਣ ਜਦੋਂ ਉਹਨੇ ਤਲਾਵਾਂ ਖਿੱਚੀਆਂ ਜੱਜ ਨੇ ਤੇ ਫਿਰ ਜਾ ਕੇ ਜਵਾਬ ਦਿੱਤੇ। ਨਹੀਂ ਤੇ ਪਹਿਲਾਂ ਤੇ ਇਹ ਸੋਚਦੇ ਵੀ ਖਨੀ ਜਿਹੜੇ ਸਾਡੇ ਬਲਵੰਤ ਸਿੰਘ ਖੇੜਾ ਵਾ ਉਮਰ ਜ਼ਿਆਦੀ ਉਹਨਾਂ ਦੀ, ਪਤਾ ਨਹੀਂ ਕਦੋਂ ਬੁਲਾਵਾ ਆ ਜਾਣਾ, ਉਦੋਂ ਬਾਅਦ ਸਾਨੂੰ ਪੁੱਛਣਾ ਕਿਤੇ ਕਿਸੇ। ਇਸ ਕਰਕੇ ਬੀਬੀ ਜੀ ਪਹਿਲਾਂ ਫੈਸਲਾ ਕਰ ਲਓ ਆਪਣਾ ਵੀ ਤੁਹਾਡੀ ਪਾਰਟੀ ਵਾਕਿਆ ਹੀ ਸਿਆਸੀ ਆ ਕਿ ਧਾਰਮਿਕ ਆ ਜੀ। ਜੇ ਧਾਰਮਿਕ ਤੁਸੀਂ ਚੋਣਾਂ ਲੜਦੇ ਹੋ ਤੇ ਫਿਰ ਧਾਰਮਿਕ ਹੀ ਰਹੋ, ਸਿਆਸੀ ਨਾ ਬਣੋ, ਦੋਹਰੇ ਮਾਪਦੰਡ ਨਾ ਬਣਾਓ। ਬਾਕੀ ਇਹ ਤੇ ਸਮਾਂ ਦੱਸੇਗਾ ਦਾਨੇ ਵਾਲੀਆ ਸਾਹਿਬ ਜੀ ਕਿਹਦੇ ਤਿਲਾਂ 'ਚ ਕਿੰਨਾ ਤਿਲ ਹੈਗਾ ਵਾ। ਇਹ ਗੱਲਾਂ ਕਹਿਣ ਦੀ ਹੁੰਦੀਆਂ ਸਿਰਫ ਜੀ। ਜਿਹੜੇ ਬੰਦੇ ਕਹਿੰਦੇ ਸੀ ਅਸੀਂ 25 ਸਾਲ ਰਾਜ ਕਰਨਾ ਜੀ, ਹਾਂਜੀ 25 ਸਾਲ ਲਾਗੇ ਨਹੀਂ ਫਟਕਣ ਦੇਣਾ ਕਿਸੇ ਨੂੰ, ਤੇ ਉਹ 25 ਸੀਟਾਂ ਨਹੀਂ ਲੈ ਸਕੇ ਤੇ ਬਾਕੀ ਕੀ ਰਹਿ ਗਿਆ ਜੀ। ਬਿਲਕੁਲ ਇਹੀ ਤਾਂ ਗੱਲ ਹੈ। ਹਾਂ ਬਿਲਕੁਲ ਤੁਹਾਡੀ ਗੱਲ। ਪਰ ਉਧਰ ਹੁਣ ਦੇਖੋ ਆਪਣੇ ਗੱਲ ਕਰੀਏ ਤਾਂ ਕੈਪਟਨ ਸਾਹਿਬ ਨੇ ਦਵਾ ਦਵ ਰੈਲੀਆਂ ਕਰੀ ਜਾਂਦੇ, ਕੈਪਟਨ ਸਾਹਿਬ ਨੇ ਚੱਕ ਕੇ ਪਾਬੰਦੀ ਲਾਤੀ, ਹੁਣ ਕੀ ਬਣੂ? ਪਹਿਲੀ ਗੱਲ ਤੇ ਆ ਜੀ, ਕੈਪਟਨ ਸਾਹਿਬ ਨੂੰ ਇਹ ਸੋਚਣਾ ਚਾਹੀਦਾ ਵੀ ਰੈਲੀਆਂ ਤੁਸੀਂ ਜਿੱਤ ਕੇ ਪਾਬੰਦੀ ਲਾਓ ਜੀ, ਠੀਕ ਹੈ, ਬਿਮਾਰੀ ਤੋਂ ਜਿਹੜਾ ਉਹ ਪਰਹੇਜ਼ ਕੀਤਾ ਜਾਣਾ ਚਾਹੀਦਾ। ਲੇਕਿਨ ਇਹ ਦੱਸ ਦਿਓ ਰੈਲੀਆਂ ਕਰ ਕੌਣ ਰਿਹਾ? ਜਾਂ ਤੁਸੀਂ ਕਰ ਰਹੇ ਹੋ ਜਾਂ ਅਕਾਲੀ ਕਰ ਰਹੇ ਆ, ਕੋਈ ਹੋਰ ਤਾਂ ਨਹੀਂ ਕਰ ਰਿਹਾ। ਆਮ ਲੋਕਾਂ ਨੂੰ ਤੁਸੀਂ ਪਰੇਸ਼ਾਨ ਕਰਦੇ ਹੋ, ਆਮ ਲੋਕਾਂ ਨੂੰ ਪਰੇਸ਼ਾਨ ਕਰੀ ਜਾਂਦੇ ਹੋ। ਆਮ ਲੋਕਾਂ ਨੂੰ ਤੁਸੀਂ ਕਹਿੰਦੇ ਵੀ ਤੁਹਾਡਾ ਸਮਾਗਮ ਹੈ, ਜੇ ਬਾਹਰ ਕਰਨਾ 100 ਬੰਦੇ ਦੇ ਬੰਦਰ ਕਰਨਾ ਤੁਸੀਂ 50 ਬੰਦੇ ਉਹਨਾਂ ਨੂੰ ਫਾਹੇ ਟੰਗਿਆ ਤੁਸੀਂ, ਤੇ ਆਪਣੇ ਤੁਹਾਡੇ 50 ਬੰਦੇ ਵੀ ਇਕੱਠੇ ਕਰ ਲੈਂਦੇ ਜੀ। 50,000 ਇਕੱਠੇ ਕਰ ਲੈਂਦੇ। ਬਿਲਕੁਲ ਆਪਣੇ ਤੁਸੀਂ ਕਰਨੇ 50 ਦੇ ਇਕੱਠੇ, ਤੇ ਇਸ ਕਰਕੇ ਬਿਮਾਰੀ ਦੇ ਬਹਾਨੇ ਦੇ ਵਿੱਚ ਤੁਸੀਂ ਇਹਨਾਂ ਲੋਕਾਂ ਨੂੰ ਜਿਹੜਾ ਬਰਬਾਦ ਨਾ ਕਰੋ। ਉਹਨਾਂ ਰੈਲੀਆਂ ਕੀਤੀਆਂ ਵਾ, ਉਹ ਗਾਂਹ ਵੀ ਕਰਨੀਆਂ, ਚਲੋ ਰੈਲੀਆਂ ਤੁਸੀਂ ਰੋਕ ਲਾਤੀ, ਵੱਖਰੀ ਗੱਲ, ਕੋਈ ਗੱਲ ਲੱਗਣੀ ਚਾਹੀਦੀ। ਅਸੀਂ ਕਹਿੰਦੇ ਬਿਮਾਰੀ ਹੈ, ਜੇ ਬਿਮਾਰੀ ਦਾ ਖਿਆਲ ਰੱਖਣਾ ਚਾਹੀਦਾ ਜੀ। ਲੇਕਿਨ ਜੇ ਹੁਣ ਤੁਸੀਂ ਰੋਕ ਲਾਈ, ਤੁਸੀਂ ਹੁਣ ਤਾਂ ਮਹੀਨਾ ਹੋ ਗਿਆ ਕਿ ਨਾ ਬਿਮਾਰੀ ਆ ਗਈ, ਬਿਮਾਰੀ ਆ ਗਈ ਪੰਜਾਬ 'ਚ, ਬਿਮਾਰੀ ਦੂਸਰੇ ਨੰਬਰ ਤੇ, ਉਦੋਂ ਕੁਝ ਰੋਕ ਲਾਈ ਤੁਸੀਂ? ਅੱਜ ਕੋਲ ਆ ਰਹੇ ਹੋ, ਉਦੋਂ ਰੋਕ ਲਾਉਂਦੇ ਤੁਸੀਂ ਜੀ, ਉਦੋਂ ਕਹਿੰਦੇ ਵੀ ਆ ਰੈਲੀਆਂ ਨਹੀਂ ਹੋਣੀ ਚਾਹੀਦੀਆਂ। ਅੱਜ ਵੇਖੋ ਸਕੂਲਾਂ ਵਾਲੇ ਸੜਕਾਂ ਤੇ ਆ ਗਏ ਜੀ। ਮਾਨਸੇ ਦੇ ਵਿੱਚ ਜਿਹੜੀਆਂ ਸਕੂਲ ਜਥੇਬੰਦੀਆਂ ਨੇ, ਟੀਚਰਸ ਜਾਂ ਦੂਜੀਆਂ ਆਪਣੇ ਮਾਲਕਾਂ ਦੀਆਂ, ਉਹ ਸੜਕਾਂ ਤੇ ਆ ਗਏ। ਉਹਨਾਂ ਨੇ ਐਲਾਨ ਕਰ ਦਿੱਤਾ ਸੀ 12 ਤਰੀਕ ਨੂੰ ਅਸੀਂ 12 ਅਪ੍ਰੈਲ ਨੂੰ ਸਕੂਲ ਖੋਲਾਂਗੇ, ਤੁਸੀਂ ਜੋ ਮਰਜ਼ੀ ਕਹੀ ਜੋ, ਅਸੀਂ ਸਕੂਲ ਖੋਲਾਂਗੇ ਜੀ। ਬੱਚਿਆਂ ਦੀ ਪੜ੍ਹਾਈ ਬਰਬਾਦ ਹੁੰਦੀ ਹੈ, ਜਿਹੜੀਆਂ ਸਾਵਧਾਨੀਆਂ ਉਹਨਾਂ ਨੂੰ ਅਸੀਂ ਇੰਪਲੀਮੈਂਟ ਕਰਾਂਗੇ। ਇਹ ਤੇ ਗੱਲ ਹੋਈ।
ਤੁਹਾਨੂੰ ਪਤਾ ਹੋਏਗਾ ਵੀ ਜਿੰਨੇ ਬੰਦੇ ਅਮਰੀਕਾ 'ਚ ਬਣੇ ਕਿਤੇ ਨਹੀਂ ਮਰੇ, ਤੇ ਲੇਕਿਨ ਉੱਥੋਂ ਦੇ ਰਾਸ਼ਟਰਪਤੀ ਟਰੰਪ ਨੇ ਕਹਿਤਾ ਸਕੂਲ ਖੋਲੋ ਜੀ, ਤੁਹਾਨੂੰ ਏਡ ਤਦ ਮਿਲੀ ਸਕੂਲ ਖੋਲੋਗੇ, ਤੇ ਨਹੀਂ ਤੇ ਨਹੀਂ ਮਿਲਣੀ। ਸਾਵਧਾਨੀਆਂ ਵਰਤ ਕੇ ਤੁਸੀਂ ਬੱਚੇ ਨੂੰ ਪੜ੍ਹਾਓ, ਕਿਉਂ ਨਹੀਂ ਪੜ੍ਹਾਉਂਦੇ ਤੁਸੀਂ? ਇੱਥੇ ਤੁਹਾਨੂੰ ਮੋਜਾਂ ਲੱਗ ਗਈਆਂ ਟੀਚਰਾਂ ਨੂੰ ਵੀ ਉਹ 30 ਅਪ੍ਰੈਲ ਤੱਕ ਹੁਣ ਆਪਣਾ ਮੋਬਾਈਲ ਫੜਿਆ ਕਰਨਗੇ ਤੇ ਸਵੇਰੇ ਨਹਾ ਧੋ ਕੇ ਬੈੱਡ ਤੇ ਲੰਮੇ ਪੈ ਕੇ ਮੁੜ ਕੇ ਮੋਬਾਈਲ ਚਲਾਇਆ ਕਰਨਗੇ, ਕਦੀ ਕੋਈ ਗਲਤ ਕਦੀ ਕੋਈ ਗੱਲ। ਇਸ ਕਰਕੇ ਕੈਪਟਨ ਸਾਹਿਬ ਨੂੰ ਇਹ ਬੰਦਸ਼ਾਂ ਲਾਉਣ ਦੇ ਨਾਲ ਜਿਹੜੀਆਂ ਸਾਵਧਾਨੀਆਂ ਵੱਲ ਜ਼ਿਆਦਾ ਧਿਆਨ ਦੇਣਾ ਚਾਹੀਦਾ। ਉਧਰ ਅਸੀਂ ਦੇ ਨਹੀਂ ਰਹੇ ਸੀ। ਕਰੋਨਾ ਟੀਕਾ ਲਾਓ ਵੱਧ ਤੋਂ ਤੁਸੀਂ ਕੋਈ ਨਹੀਂ ਲਾਉਂਦੇ ਤੁਸੀਂ ਜੀ, ਉਹ ਘਰ ਸ਼ੁਰੂ ਮੈਂ ਕਰੂ ਕਿਉਂ ਨਹੀਂ ਕਰਦੇ ਸ਼ੁਰੂ ਤੁਸੀਂ ਜੀ। ਤੇ ਆਪਾਂ ਹੁਣ ਜੇਕਰ ਗੱਲ ਥੋੜ੍ਹੀ ਜੀ ਕਰੋਨਾ ਨਾਲ ਜੁੜੀ ਵੀ ਕਰ ਲਈਏ, ਪਰ ਉਸ ਤੋਂ ਪਹਿਲਾਂ ਗੱਲ ਕਰੀਏ ਕਿਸਾਨਾਂ ਦੀ ਜੀ। ਸਿਰਸਾ ਦੇ ਵਿੱਚ ਅੱਜ ਬਹੁਤ ਜਿਹੜਾ ਪੁਲਿਸ ਨੇ ਕਿਸਾਨ ਝੰਬੇ ਨੇ ਜੀ, ਪਾਣੀ ਦੀਆਂ ਵਿਛਾੜਾਂ, ਡਾਂਗਾਂ, ਸੋਟੀਆਂ, ਕਹਿੰਦੇ ਕਾਫੀ ਕੁਛ ਆਇਆ। ਪਹਿਲਾਂ ਤਾਂ ਇਹ ਸੀਗਾ ਵੀ ਉੱਥੇ ਧੱਕਾ ਮੁੱਕੀ ਹੋਈ ਹੈ, ਪਹਿਲਾਂ ਇਹ ਗੱਲਾਂ ਸੀ। ਦੇਖੋ ਜੀ ਉੱਥੇ ਚਲੋ ਡਾਂਗਾ ਸੁੱਟਣ ਦੇ ਬਹੁਤੀਆਂ ਨੇ ਚੱਲੀਆਂ, ਜਿਹੜੀਆਂ ਵੀਡੀਓ ਸਾਹਮਣੇ ਆਈਆਂ ਉਹਨਾਂ ਵੀਡੀਓਜ਼ ਦੇ ਵਿੱਚ ਜਿਹੜਾ ਕਿੱਦਾਂ ਧੱਕੇ ਵੱਜਦੇ ਆ, ਕਿਸਾਨ ਨਾਅਰੇ ਮਾਰਦੇ ਆ। ਉੱਥੇ ਜ਼ਿਲ੍ਹਾ ਪਰਿਸ਼ਦ ਦੀ ਚੋਣ ਸੀ ਅੱਜ, ਚੇਅਰਪਰਸਨ ਦੀ ਜੀ। ਉੱਥੇ ਜਿਹੜਾ ਗੋਪਾਲ ਕਾਂਡਾ ਹੈਗਾ, ਹਰਿਆਣਾ ਵਿਕਾਸ ਪਾਰਟੀ ਦੀ ਕਿਹੜੀ ਪਾਰਟੀ, ਉਹਦਾ ਇੱਕ ਮੈਂਬਰ ਉਹਨੇ ਆਉਣਾ ਸੀ, ਤੇ ਨਾਲ ਆਉਣਾ ਸੀ ਇੱਕ ਸੁਨੀਤਾ ਬੀਬੀ ਹੈਗੀ ਆ, ਸੁਨੀਤਾ ਵੇਖ ਤੁਗਲ ਨਾਮ ਦਾ ਹੈਗਾ, ਉਹ MP ਹੈ ਜੀ। ਉਹਨਾਂ ਆਉਣਾ ਸੀ। ਕਿਸਾਨਾਂ ਨੂੰ ਪਤਾ ਲੱਗਿਆ ਤੇ ਕਿਸਾਨਾਂ ਨੇ ਉੱਥੇ ਉਹਨਾਂ ਦੇ ਬੈਰੀਅਰ ਬੁਰੇ ਤੋੜ ਕੇ ਜਾ ਕੇ ਉੱਥੇ ਕਬਜ਼ਾ ਕਰ ਲਿਆ ਤੇ ਅਸੀਂ ਗੱਲ ਨਹੀਂ ਹੋਣ ਦੇਣੀ ਜੀ। ਹੁਣ ਪੁਲਿਸ ਨੇ ਆਪਣੀ ਕਾਰਵਾਈ ਕਰਨੀ ਸੀ। ਪੁਲਿਸ ਨੇ ਉੱਥੇ ਜਿਹੜੀ ਸੀ ਉਹ ਵਾਟਰ ਕੈਨਨ ਨਾਲ ਜਿਹੜੇ ਪਾਣੀ ਦੀਆਂ ਵਿਛਾੜਾਂ ਵੀ ਮਾਰੀਆਂ ਤੇ ਧੱਕੇ ਧੁੱਕੇ ਮਾਰੇ, ਮਾੜਾ ਮੋਟਾ ਲਾਠੀ ਚਾਰਜ ਵੀ ਕੀਤਾ, ਵੀ ਕਿਸਾਨਾਂ ਨੂੰ ਧੱਕੇ ਪਿੱਛੇ ਕਰ ਦਿੱਤਾ। ਲੇਕਿਨ ਕਿਸਾਨਾਂ ਨੇ ਕਈ ਘੰਟੇ, ਇੱਕ ਨਹੀਂ ਕਈ ਘੰਟੇ ਜੂਝਦੇ ਰਹੇ ਪੁਲਿਸ ਨਾਲ। ਅੱਛਾ ਜੀ। ਪੁਲਿਸ ਬਗੀ ਸੀ ਵੀ ਕਰੀਏ ਹੁਣ ਕੀ ਅਸੀਂ ਇੰਨੀ ਬਗੀ ਸੀ, ਅੱਗੇ ਕਹਿੰਦੇ ਛੱਡੋ ਯਾਰ ਹੁਣ ਤੁਸੀਂ ਕੀ ਕਰਨ ਰਹੇ ਜੇ, ਤੁਸੀਂ ਆਪਣਾ ਕੰਮ ਕਰ ਲਿਆ, ਸਾਨੂੰ ਆਪਣਾ ਕਰ ਲੈਣ ਦਿਓ ਜੀ। ਮਤਲਬ ਕੀ ਵੀ ਅਜੇ ਵੀ ਜਦੋਂ ਤੁਹਾਨੂੰ ਪਤਾ ਵੀ ਤੁਹਾਡਾ ਵਿਰੋਧ ਕਰਦੇ, ਤੁਸੀਂ ਕਿਉਂ ਬਾਹਰ ਆਉਂਦੇ ਹੋ? ਮੈਂ ਸੋਚਦਾ ਵੀ ਜੇ ਹਰਿਆਣੇ ਦੇ ਕਿਸਾਨਾਂ ਨੇ 2 ਵਾਰੀ ਉੱਥੋਂ ਦੇ ਮੁੱਖ ਮੰਤਰੀ ਦਾ ਜਿਹੜਾ ਹੈਲੀਕਾਪਟਰ ਨਹੀਂ ਉਤਰਨ ਦਿੱਤਾ, ਇਹ ਬੜੀ ਵੱਡੀ ਪ੍ਰਾਪਤੀ ਉਹਨਾਂ ਦੀ ਜੀ। ਉਹਦੇ ਵਿੱਚ ਉਹਦੇ ਮੁਕਾਬਲੇ ਪੰਜਾਬ 'ਚ ਲੈ ਲਓ ਤੁਸੀਂ, ਪੰਜਾਬ ਦੇ ਵਿੱਚ ਮਲੋਟ ਦਾ ਐਕਸੀਡੈਂਟ ਹੋਇਆ, ਹੋਰ ਵੀ ਕਈ ਇੰਸੀਡੈਂਟ ਹੋਏ। ਹੁਣ ਸਾਡੇ ਤੇ ਤੁਸੀਂ ਵੇਖੋ ਨਾ, ਰਾਏਕੋਟ ਕੱਲ ਬੀਬੀਆਂ ਨੇ ਉੱਥੇ ਜਿਹੜੀ ਸੀ ਬਾਦਲਾਂ ਝੰਡੀਆਂ ਵਿਖਾਤੀਆਂ। ਭਾਈ ਤੁਸੀਂ ਕੀ ਪਖੰਡ ਬਣਾਇਆ? ਅਸੀਂ ਸੜਕਾਂ ਤੇ ਬੈਠੇ ਰੋਲਣੇ, ਤੁਸੀਂ ਰੈਲੀਆਂ ਖੜਨੇ, ਤੁਹਾਨੂੰ ਸਿਆਸਤ ਦਿਸਦੀ ਨਹੀਂ ਆ ਜੀ। ਉਹਨਾਂ ਨਾਰੇ ਵੀ ਮਾਰੇ ਇਹਨਾਂ ਦੇ ਖਿਲਾਫ ਤੇ ਝੰਡੀਆਂ ਵਿਖਾਈਆਂ ਇਹਨਾਂ ਨੂੰ। ਇਹ ਐਲੀ ਹੋ ਰਹੀ, ਫਿਰ ਉੱਥੋਂ ਰਸਤਾ ਬਦਲ ਕੇ ਦੂਜੇ ਪਾਸੇ ਦੀ ਰਿਜ਼ੋਰਟ 'ਚ ਗਏ ਪਿੱਛੋਂ ਦੀ ਜਾ ਕੇ। ਅੱਛਾ ਜੀ। ਸਾਹਮਣੇ ਵਾਲੇ ਪਾਸੇ ਜਾ ਦਿੱਤਾ ਉੱਥੇ ਉਹਨਾਂ ਨੂੰ, ਮੀਟਿੰਗ ਸੀ ਇਹਨਾਂ ਦੀ। ਤੇ ਬਹੁਤ ਸਾਰੇ ਬੰਦੇ ਜਿਹੜੇ ਸੀ ਵਾਪਸ ਮੁੜ ਕੇ, ਮੈਂ ਹੀ ਵਾਪਸ ਮੁੜ ਕੇ ਭਾਈ ਉੱਥੇ ਜਾ ਕੇ ਜ਼ਰੂਰ ਕਿਸਾਨਾਂ ਨਾਲ ਜਿੱਤੀ ਗੱਲ ਛੜੇ, ਫਿਰ ਮੁੜ ਕੇ ਪਿੰਡ ਆ ਜਾਣਗੇ, ਇਹ ਵੀ ਪਤਾ ਪਿੰਡ ਆ ਜਾਣਗੇ, ਕੀ ਫਾਇਦਾ ਹੋਊਗਾ। ਤੇ ਉਧਰ ਬਲਵੀਰ ਸਿੰਘ ਰਾਜੇਵਾਲ ਨੇ ਰਵਨੀਤ ਬਿੱਟੂ ਨੂੰ ਕਾਫੀ ਝਾੜ ਪਾਈ ਹੈ ਜੀ, ਕਿਉਂ? ਵੇਖੋ ਜੀ, ਰਵਨੀਤ ਬਿੱਟੂ ਛਦਾਈ ਹੈ। ਪਹਿਲੀ ਗੱਲ ਤੇ ਜਿੰਨਾ ਵੱਡਾ ਤੂੰ ਲੀਡਰ ਆਪਣੇ ਆਪ ਨੂੰ ਕਹਿੰਦਾ, ਓਡਾ ਵੱਡਾ ਤੂੰ ਬਣ ਨਹੀਂ ਸਕਿਆ। ਤੁਹਾਨੂੰ ਪਤਾ ਹੈ ਮਨਿੰਦਰਜੀਤ ਸਿੰਘ ਬਿੱਟਾ ਲੀਡਰ ਬਣਿਆ ਸੀ, ਕਿਵੇਂ ਬਣਿਆ ਸੀ? ਉਹਨੇ ਜਿੱਥੇ ਕੋਈ ਬਜ਼ੁਰਗ ਮਿਲ ਗਿਆ, ਬਾਪੂ ਜੀ ਆਸ਼ੀਰਵਾਦ ਦਿਓ ਜੀ, ਮਾਤਾ ਜੀ ਆਸ਼ੀਰਵਾਦ ਦਿਓ ਜੀ, ਉਹਨੇ ਪੈਰੀਂ ਲੈ ਜਾਣਾ ਉਹਨੇ। ਤਾਂ ਕੋਈ ਨਾ ਕਿੱਥੇ ਪਹੁੰਚ ਜਾਓ ਤੁਸੀਂ। ਚਲੋ ਹੁਣ ਇੰਨੀ ਗੱਲ ਤੁਸੀਂ ਰਾਜੇਵਾਲ ਤੇ ਇਲਜ਼ਾਮ ਲਾਇਆ ਵੀ ਇਹਨੇ ਆਉਣ ਵਾਲੇ ਸਮੇਂ 'ਚ ਆਮ ਆਦਮੀ ਪਾਰਟੀ ਸ਼ਾਮਲ ਹੋ ਕੇ ਤੇ ਮੁੱਖ ਮੰਤਰੀ ਬਣਨਾ ਜੀ, ਤੁਸੀਂ ਇਹ ਇਲਜ਼ਾਮ ਲਾਇਆ। ਤੇ ਉਹਨੇ ਕਿਹਾ ਜੀ ਮੈਂ ਇਹਦੇ ਸਵਾਲ ਦਾ ਜਵਾਬ ਨਹੀਂ ਦੇਣਾ ਚਾਹੁੰਦਾ, ਲੇਕਿਨ ਜੇ ਤੁਸੀਂ ਹੁਣ ਪੁੱਛ ਹੀ ਲਿਆ ਤੇ ਮੈਂ ਇਹ ਕਹਿਣਾ ਵੀ ਕੀ ਇਹਨੂੰ ਪੁੱਛੋ ਵੀ ਤੇਰੇ ਬਾਪੂ ਨੂੰ ਦੱਸਿਆ ਕਿ ਤੇਰੇ ਦਾਦੇ ਨੇ ਦੱਸਿਆ ਕਿ ਮੈਂ ਉਹ ਸ਼ਾਮਲ ਹੋਣ ਲੱਗਿਆ? ਤੇਰੀ ਕ੍ਰੈਡੀਬਿਲਿਟੀ ਕੀ ਹੈ? ਤੂੰ ਕਿਸਾਨੀ ਪੱਖ ਤੋਂ ਲੈ ਲਾ, ਤੇਰੀ ਸੰਸਦ ਕ੍ਰੈਡੀਬਿਲਿਟੀ ਕੀ ਹੈ ਅਜੇ ਤੱਕ ਵਿਖਾ ਦੱਸ। ਬਾਕੀ ਦਾਨੇ ਵਾਲੀਆ ਸਾਹਿਬ, ਰਾਜੇ ਵਾਲਾ ਇਹੋ ਜਿਹਾ ਕੰਮ ਕਰਕੇ ਆਪਣੇ ਪੈਰ ਤੇ ਕੁਹਾੜਾ ਕਿਉਂ ਮਾਰੂਗਾ? ਅੱਜ ਦੀ ਡੇਟ ਦੇ ਵਿੱਚ ਉਸ ਬੰਦੇ ਨਾਲ ਕੌਮਾਂਤਰੀ ਪੱਧਰ ਤੇ ਨਾ ਉਹਦਾ ਬਿਲਕੁਲ ਜੀ। ਕੱਲ ਨੂੰ ਜਦੋਂ ਇਸ ਮੋਰਚੇ ਦਾ ਇਤਿਹਾਸ ਲਿਖਿਆ ਗਿਆ ਤੇ ਉਸ ਬੰਦੇ ਦੀ ਪਹਿਲੇ ਸਮੇਂ ਤੇ ਫੋਟੋ ਛਪਣੀ ਆ, ਦਾੜੇ ਪ੍ਰਕਾਸ਼ ਵਾਲੀ ਤੇ ਸਿਰ ਤੇ ਦਸਤਾਰ ਸਜਾਈ ਦੀ ਜੀ।
ਉਹ ਕਿਉਂ ਜਾਊਗਾ? ਪਿਛਲੇ ਸਮੇਂ 'ਚ ਉਹਨੇ ਕਿਸੇ ਬੰਦੇ ਦੀ ਮਦਦ ਕੀਤੀ ਹੋਵੇ ਵੱਖਰੀ ਗੱਲ, ਗਾਂ ਉਹਨੇ ਮਦਦ ਕਰਨੀ ਹੋਵੇ ਘਰੇ, ਲੇਕਿਨ ਉਹ ਜਿਹੜੀ ਗੱਲ ਇਹ ਕਹਿੰਦਾ ਉਹ ਨਹੀਂ ਜਾਏਗਾ। ਉਹਦਾ ਜੀ ਮੈਂ ਇਹਦੇ ਸਵਾਲ ਦਾ ਜਵਾਬ ਨਹੀਂ ਦੇਣਾ ਚਾਹੁੰਦਾ, ਪਰ ਮੈਂ ਤੁਹਾਨੂੰ ਇੰਨੀ ਗੱਲ ਕਹਿਣਾ ਜੀ, ਜੋ ਕਹਿੰਦਾ ਇਹ ਗਲਤ ਹੈ, ਤੇ ਪਰ ਨੂੰ ਇਹ ਦੱਸ ਦੇ ਵੀ ਇਹਨੂੰ ਇਹਦੇ ਬਾਪੂ ਨੇ ਦੱਸਿਆ ਕਿ ਦਾਦੇ ਨੇ ਦੱਸਿਆ ਤੇ ਮੈਂ ਆਮ ਆਦਮੀ ਪਾਰਟੀ ਜਾ ਰਿਹਾ, ਤੇ ਆਪਣੀ ਕ੍ਰੈਡੀਬਿਲਿਟੀ ਦਾ ਬੇੜਾ ਦੇ ਦੇਵੇ ਜੀ। ਮਤਲਬ ਆਪ ਹੀ ਜਾਣ ਕੇ ਬਿੱਟੂ ਜਿਹੜਾ ਵਾ ਕੋਈ ਨਾ ਕੋਈ ਚਿੱਠੜੀ ਛਿੜ ਕੇ ਆਪਣੀ ਵਿਰੋਧਤਾ ਛੇੜ ਲੈਂਦਾ। ਚਾਹੀਦਾ ਤੇ ਸੀ ਵੀ ਰਾਜੇਵਾਲ ਸਾਹਿਬ ਬੜਾ ਸੋਹਣਾ ਕੰਮ ਕਰਦੇ ਤੇ ਉਹਨਾਂ ਨੂੰ ਆਮ ਆਦਮੀ ਪਾਰਟੀ ਸ਼ਬਦ ਹੋਣਾ ਚਾਹੀਦਾ। ਇੰਦਾ ਕਿਨਾਂ ਦਾ ਅਸਰ ਕੁਝ ਹੋਰ ਹੋਣਾ ਸੀਗਾ। ਆ ਫਾਹ ਸੁੱਟਾ ਮਾਰਨ ਦਾ ਕੁਝ ਹੋਰ ਅਸਰ ਹੋਇਆ। ਰਾਜੇਵਾਲ ਸਾਹਿਬ ਮੈਨੂੰ ਉਮੀਦ ਹੈ ਕਦੀ ਵੀ ਇਹ ਕੰਮ ਨਹੀਂ ਕਰਨਗੇ, ਕਿਉਂਕਿ ਤੁਹਾਨੂੰ ਪਤਾ ਹੋਏਗਾ ਜਦੋਂ ਦੂਸਰੀ ਵੀ ਅਕਾਲੀ ਸਰਕਾਰ ਬਣੀ ਜੀ ਤੇ ਬਾਦਲ ਸਾਹਿਬ ਨੇ ਆਫਰ ਦਿੱਤੀ ਸੀ ਰਾਜੇਵਾਲ ਸਾਹਿਬ ਨੂੰ, ਰਾਜੇਵਾਲ ਸਾਹਿਬ ਤੁਹਾਨੂੰ ਅਸੀਂ ਮੰਡੀਕਰਨ ਬੋਰਡ ਦਾ ਚੇਅਰਮੈਨ ਬਣਾ ਦਈਏ ਜੀ। ਉਹਨਾਂ ਕਿਹਾ ਸੀ ਨਹੀਂ, ਤੁਸੀਂ ਅੱਗੇ ਲੱਖੋਵਾਲ ਨੂੰ ਬਣਾਇਆ ਸੀ ਤੇ ਲੱਖੋਵਾਲ ਨੂੰ ਬਣਾ ਦਿਓ, ਮੈਂ ਕਿਸਾਨ ਨੂੰ ਰਹਿਣਾ, ਮੈਂ ਕਿਸਾਨ ਨੂੰ ਰਹਿਣ ਦੇ ਬਣੂ। ਉਹ ਉਦੋਂ ਨੇ ਨਹੀਂ ਜੋ ਸਾਰੀ ਜੀ ਪੁਲਿਸ ਕੇ ਮਿਲਣੀ ਹੁਣ ਤੋਂ ਬਣ ਗਏ ਉਹ ਜੀ। ਹੁਣ ਤੇ ਪਤਾ ਨਹੀਂ ਉਹਦੀ ਆਮ ਆਦਮੀ ਪਾਰਟੀ ਸਰਕਾਰ ਬਣਨੀ ਕਿ ਨਹੀਂ ਬਣਨੀ, ਕਿਉਂ ਕਿਉਂ ਜਾਣਗੇ ਉਧਰੋਂ। ਇਸ ਕਰਕੇ ਇਹ ਗੱਲਾਂ ਰਘਮੀਤ ਸਿੰਘ ਬਿੱਟੂ ਨੂੰ ਸੋਭਦੀਆਂ ਨਹੀਂ। ਘੱਟੋ ਘੱਟ ਬੋਲਣ ਤੋਂ ਪਹਿਲਾਂ ਕੁਝ ਸੋਚ ਲਿਆ ਕਰਨ ਵੀ ਆਹ ਗੱਲ ਕਰਨੀ ਚਾਹੀਦੀ ਕਿ ਨਹੀਂ ਕਰਨੀ ਚਾਹੀਦੀ ਜੀ। ਜੀ ਆ ਬਿੱਟੂ ਵੈਸੇ ਦੱਬ ਦਿੰਦਾ ਜੀ ਕੰਮ, ਜਿਵੇਂ ਜਾਂ ਉਹਦਾ ਜੀ ਕਰਦਾ ਨਾ ਉਹਨੂੰ ਸਮਝ ਬਾਅਦ ਚ ਪਤਾ ਲੱਗਦਾ। ਉਹਨੇ ਬੜੇ ਦਾ ਇੱਥੇ ਹੁਣ ਬਠਿੰਡੇ ਆਇਆ, ਉਦੋਂ ਪਹਿਲਾਂ 52 ਸਾਲ ਹੋ ਗਏ ਜਦੋਂ ਨਕਲੀ ਬੀਜਾਂ ਦਾ ਰੌਲਾ ਜਿਹਾ ਪਿਆ ਤੇ ਇੱਕ ਸਰਕਾਰ ਸੀਗੀ ਬਾਦਲ ਸਾਹਿਬ ਦੀ, ਉਹ ਵਿੱਚੇ ਐਵੇਂ ਤਖਤੇ ਭੰਨ ਗਿਆ ਆਪਣੇ ਕੀ ਕਹਿੰਦੇ ਸਰਕਾਰੀ ਦਫ਼ਤਰ ਦੇ, ਹੋਰ ਭੰਨ ਗਿਆ, ਪੱਗ ਲੈ ਗਈ, ਬੁਰਾ ਹਾਲ। ਵੀ ਦੱਸ ਵੀ ਤੂੰ ਤਖਤੇ ਭੰਨਣ ਨਾਲ ਕੀ ਹੋ ਜਾਊਗਾ। ਦਾਨੇਵਾਲੀਆ ਸਾਹਿਬ ਜੇ ਉਹ ਕਿਤੇ ਥੱਲੇ ਲੀਡਰ ਗਿਆ ਨਾ, ਉਹਨੂੰ ਪਤਾ ਹੁੰਦਾ ਲੀਡਰੀ ਕੀ ਹੁੰਦੀ ਹੈ। ਉਹ ਨੌਜਵਾਨਾਂ ਦੇ ਕੱਪੜੇ ਤੋਂ ਲੀਡਰ ਨਿਕਲੀ ਹੈ ਜੀ, ਉਹਨੂੰ ਕੀ ਪਤਾ ਲੀਡਰੀ ਕੀ ਹੁੰਦੀ ਹੈ। ਹੁਣ ਜਿਹੜੀ ਉਹਦੇ ਜਿਹਦੇ ਭਰਾ ਨੇ ਗੁਰਕੀਰਤ ਨੇ ਕਰਤੂਤ ਕੋਲੀ ਉਹ ਭੁੱਲੀ ਹੋਈ ਲੋਕਾਂ ਨੂੰ ਵੀ ਹੈਗੀ ਹੈ, ਲੋਕਾਂ ਨੂੰ ਅੱਜ ਵੀ ਯਾਦ ਹੈਗੀ ਹੈ ਜੀ। ਇਸ ਕਰਕੇ ਬਿੱਟੂ ਭਾਜੀ ਨੂੰ ਚਾਹੀਦਾ, ਬਿੱਟੂ ਭਾਜੀ ਗੱਲ ਕਰਨ ਤੋਂ ਪਹਿਲਾਂ ਸੋਚ ਲਿਆ ਕਰੋ ਵੀ ਇਹ ਗੱਲ ਕਰਨੀ ਕਿ ਨਹੀਂ ਕਰਨੀ, ਤੇ ਮੈਂ ਕਿਹਦੇ ਮਤਲਬ ਗੱਲ ਕਰ ਰਿਹਾ ਹੈ। ਤੁਸੀਂ ਸਿਆਸੀ ਤੌਰ ਤੇ ਜਿੱਦੇ ਮਰਜ਼ੀ ਦੋਸ਼ ਲਾਓ, ਤੁਹਾਨੂੰ ਕੋਈ ਕੁਛ ਨਹੀਂ ਕਹੇਗਾ ਜੀ। ਜਿਹੜੇ ਬੰਦੇ ਆਪਣੇ ਸਿਆਸਤ ਤੋਂ ਬਿਲਕੁਲ ਕਿਨਾਰਾ ਕਰਕੇ ਬੈਠੇ ਆ, ਆਪਣੀ ਜੰਗ ਲੜਨੇ ਆ, ਤੁਸੀਂ ਸਾਥ ਦੇਣ ਦੀ ਬਜਾਏ ਉਹਨਾਂ ਤੇ ਇਲਜ਼ਾਮ ਲਾ ਰਹੇ ਹੋ ਤੇ ਕੱਲ ਨੂੰ ਮੁੜ ਕੇ ਫਿਰ ਕੇ ਫੜ ਲਿਆ ਤੇ ਮੁੜ ਕੇ ਤੁਸੀਂ ਕਹਿਣਾ ਜੀ ਮੈਨੇ ਜੈਸੀ ਕੀਤੀ ਹੈ। ਅੱਗੇ ਵੀ ਤਾਂ ਤੁਸੀਂ ਕੋਟੇ ਸੇ ਖਾਧੀ ਹਾਂ ਬੜੇ ਥਾਵਾਂ ਤੇ ਖਾ ਲਈ। ਹਾਂਜੀ ਹਾਂਜੀ। ਤੇ ਪੱਟੀ ਸਾਹਿਬ ਜੇਕਰ ਜਿਵੇਂ ਆਪਾਂ ਗੱਲ ਕਰਦੇ ਹਾਂ, ਤੁਸੀਂ ਗੱਲ ਦੱਸ ਹੀ ਦਿੱਤੀ, ਇਕੱਠਾਂ ਤੇ ਪਾਬੰਦੀ ਲਾ ਦਿੱਤੀ ਹੈ, ਰੈਲੀਆਂ ਬੰਦ ਕਰ ਦਿੱਤੀਆਂ ਨੇ, ਪਰ ਪਰੋਲ ਤੇ ਵੀ ਕੈਦੀ ਛੱਡੇ ਸੀਗੇ, ਉਹ ਕਿੰਨੇ ਕੁ ਮੁੜੇ ਆ? ਵੇਖੋ ਜੀ 119 ਕੈਦੀ ਜਿਹੜੇ ਅਜੇ ਤੱਕ ਮੁੜੇ ਨਹੀਂਗੇ, ਜਿਹੜੇ ਪਰੋਲ ਤੇ ਛੱਡੇ ਸੀਗੇ ਜੀ। ਹੁਣ ਅਦਾਲਤ ਨੇ ਕਹਿਤਾ ਜੀ ਇਹਨਾਂ ਨੂੰ ਫੜੋ, ਤੇ ਨਾਲ ਇਹ ਵੀ ਕਹਿਤਾ ਵੀ ਇਹਨਾਂ ਫੜ ਕੇ ਅੰਦਰ ਦਿਓ ਤੇ ਇਹਨਾਂ ਨੂੰ ਮੁੜ ਕੇ ਪਰੋਲ ਨਹੀਂ ਮਿਲੇਗੀ ਜੀ। ਪਰੋਲ ਜੇ ਤੁਹਾਨੂੰ ਮਿਲ ਗਈ ਹੈ ਭਾਈ, ਤੁਸੀਂ ਵਾਪਸ ਚੱਲ ਦੋ, 2-4 ਮਹੀਨੇ ਬਾਅਦ ਫਿਰ ਤੁਸੀਂ ਅਪਲਾਈ ਕਰ ਦੋ, ਫਿਰ ਪਰੋਲ ਮਿਲ ਜੇਗੀ। ਜਦੋਂ ਇੱਕ ਵਾਰੀ ਪਰੋਲ ਮਿਲ ਜਾਂਦੀ ਫਿਰ ਰਾਹ ਖੁੱਲ ਜਾਂਦਾ ਵਾ। ਤੇ ਜੇ ਤੁਸੀਂ ਕਹੋ ਵੀ ਰਾਜ ਸਾਡਾ ਜੋ ਮਰਜ਼ੀ ਕਰ ਲਈਏ, ਤੇ ਫਿਰ ਕਾਨੂੰਨ ਵੀ ਚੀਜ਼ ਹੈ ਨਾ ਜੀ, ਸਰਕਾਰ ਵੀ ਕੋਈ ਚੀਜ਼ ਹੈ ਨਾ, ਨਿਆਂਪਾਲਿਕਾ ਵੀ ਕੋਈ ਚੀਜ਼ ਹੈ ਨਾ। ਇਸ ਕਰਕੇ ਕੋਰਟ ਨੇ ਆਦੇਸ਼ ਦਿੱਤੇ ਆ ਕਿ ਇਹਨਾਂ ਲੋਕਾਂ ਨੂੰ ਇਮੀਡੀਏਟਲੀ ਫੜ ਕੇ ਜਿਹੜਾ ਸੀ ਅੰਦਰ ਦਿੱਤਾ ਜਾਵੇ, ਤੇ ਇਸ ਤੋਂ ਬਾਅਦ ਇਹਨਾਂ ਦਾ ਖਾਸ ਖਿਆਲ ਰੱਖਿਆ ਜਾਵੇ ਵੀ ਇਹਨਾਂ ਨੂੰ ਪਰੋਲ ਨਹੀਂ ਦਿੱਤੀ ਜਾਏਗੀ, ਭਾਵੇਂ ਜੋ ਮਰਜ਼ੀ ਕਰ ਲੈਣ ਜੀ। ਤੇ ਚਾਹੀਦਾ ਵੀ ਹੈ ਜਿਹੜਾ ਬੰਦਾ ਕਾਨੂੰਨ ਨੂੰ ਕਾਨੂੰਨ ਨਹੀਂ ਸਮਝਦਾ ਉਹਨੂੰ ਪਰੋਲ ਕਿਉਂ ਦਿੱਤੀ ਜਾਏ। ਤੇ ਉਮੀਦ ਹੈ ਜੀ ਆਉਣ ਵਾਲੇ ਦਿਨਾਂ 'ਚ ਇਹ ਅੰਦਰ ਹੋਣਗੇ। ਤੇ ਤੁਹਾਨੂੰ ਪਤਾ ਜਦੋਂ ਫਿਰ ਪੁਲਿਸ ਨੇ ਫੜਨਾ ਹੋਵੇ ਫਿਰ ਕੀ ਕਰਦੀ ਹੁੰਦੀ ਹੈ ਜੀ। ਹਾਂ ਬਿਲਕੁਲ, ਜਦੋਂ ਆ ਜੇ ਫਿਰ ਤਾਂ ਆਪਦੀ ਆਈ ਤੇ ਆ ਜੇ ਫਿਰ ਤਾਂ ਬੜਾ ਕੁਝ ਕਰ ਲੈਂਦੀ ਹੈ। ਤੇ 2500 ਕੈਦੀ ਵਾਪਸ ਆ ਗਿਆ। ਅੱਛਾ ਜੀ, ਉਹ ਸਿਆਣੇ ਤਾਂ ਪਰੋਲ ਤੇ ਛੱਡੇ ਸੀ ਨਾ, ਤੁਹਾਨੂੰ ਪਤਾ ਹੋਏਗਾ ਵੀ ਸਭ ਤੋਂ ਪਹਿਲਾਂ ਇਹਨਾਂ ਪੁਲਿਸ ਵਾਲੇ ਛੱਡੇ ਸੀ ਕਰੋਨਾ ਦੀ ਆੜ ਹੇਠ। ਜਿੰਨੇ ਵੀ ਪੁਲਿਸ ਵਾਲੇ ਸੀ ਸਭ ਤੋਂ ਪਹਿਲਾਂ ਉਹ ਛੱਡੇ ਸੀ ਵੀ ਇਹਨੂੰ ਛੱਡੋ ਤੁਸੀਂ, ਉਸ ਤੋਂ ਬਾਅਦ ਬਾਕੀ ਛੱਡੇ ਸੀਗੇ। ਹੁਣ ਇਹਦੇ ਵਿੱਚੋਂ 2500 ਜੇ ਕੈਦੀ ਵਾਪਸ ਆ ਗਏ ਤੇ ਇਹਨਾਂ ਨੂੰ ਕੀ ਤਕਲੀਫ ਹੋਈ, ਹੁਣ ਇਹ ਨਹੀਂ ਪਤਾ ਵੀ ਇਹ ਕਿਹੜੇ ਕਿਹੜੇ ਕੇਸ 'ਚ ਇਨਵੋਲਵ ਜਿਹਦੇ ਕਰਕੇ ਨਹੀਂ ਆਏ ਜੀ। ਤੇ ਆਉਣ ਵਾਲੇ ਦਿਨਾਂ 'ਚ ਵੇਖੋ ਕੀ ਬਣਦਾ, ਇਹਨਾਂ ਦਾ ਹੱਲ ਕੀ ਹੁੰਦਾ ਜੀ। ਹਾਲ ਜੇ ਤਾਂ ਆ ਗਏ ਫਿਰ ਤਾਂ ਤੁਹਾਨੂੰ ਪਤਾ ਮੁੜ ਕੇ ਤਾਂ ਫਿਰ ਵਿੱਚੇ ਹੀ ਰਹਿ ਜਾਣਗੇ, ਮੁੜ ਕੇ ਪਰੋਲ ਵੀ ਨਹੀਂ ਮਿਲਣੀ ਫਿਰ ਇਹਨਾਂ ਨੂੰ। ਜੋ ਮਰਜ਼ੀ ਜੀ, ਹੁਣ ਪਰੋਲ ਜਿਹੜੀ ਉਹ ਕਿਸੇ ਗੱਲ ਨਾਲ ਹੀ ਮਿਲੂਗੀ। ਹੁਣ ਉਹਦੇ ਤਾਂ ਵੀ ਠੀਕ ਹੈ, ਨਹੀਂ ਉਹਦੇ ਤਾਂ ਵੀ ਠੀਕ। ਅੱਛਾ, ਸਕੂਲਾਂ ਵਾਲੀ ਗੱਲ ਦੱਸੋ। ਦੇਖੋ ਪ੍ਰਾਈਵੇਟ ਸਕੂਲਾਂ ਨਾਲ ਮੈਂ ਉਹਨਾਂ ਦੇ ਸਕੱਤਰ ਸਾਹਿਬਾਨ ਨਾਲ ਵੀ ਗੱਲ ਕਰਨੀ ਹੈ, ਤੁਹਾਡੇ ਤਰਨਤਾਰਨ ਤੋਂ ਹੀ ਹੈ ਸਕੱਤਰ ਸਿੰਘ, ਤੁਹਾਡੇ ਤੋਂ ਬਾਅਦ ਉਹਨਾਂ ਨਾਲ ਹੀ ਗੱਲਬਾਤ ਕਰਾਂਗੇ, ਨਾਲੇ ਫੋਨ ਕਾਲਾਂ ਵੀ ਲਵਾਂਗੇ। ਪਰ ਹੁਣ ਕੀ ਹੈ ਵੀ ਇਹਨਾਂ ਨੇ ਮਨ ਬਣਾ ਲਿਆ ਵੀ 12 ਅਪ੍ਰੈਲ ਨੂੰ ਖੋਲ੍ਹ ਦਿਆਂਗੇ ਅਸੀਂ, ਤੇ
ਉਹ ਮਾਨਸਰ ਵਿੱਚ ਕੀਤੀ ਰੈਲੀ ਉਹਨਾਂ ਜੀ ਬੜੀ ਵੱਡੀ। ਤੁਹਾਨੂੰ ਪਤਾ ਉਹ ਇਨਕਲਾਬੀਆਂ ਦਾ ਏਰੀਆ ਹੈਗਾ। ਪੰਜਾਬ ਦੇ ਵਿੱਚੋਂ ਯੋਗਾ ਦੀ ਜਿਹੜੀ ਮਿਊਨਿਸਪਲ ਕਮੇਟੀ ਸੀ ਸਿਰਫ ਉੱਥੇ ਹੀ ਕਾਮਲੇ ਦਾ ਕਬਜ਼ਾ ਹੋਇਆ ਜੀ। ਕਾਮਲੇ ਜੜ ਤੋਂ ਲੱਗੀ ਆ ਤੇ ਉਹ ਜੜ ਇਨਕਲਾਬੀਆਂ ਦਾ ਏਰੀਆ ਹੈਗਾ ਤੇ ਉੱਥੇ ਉਹਨਾਂ ਨੇ ਰੈਲੀ ਕੀਤੀ ਤੇ ਉੱਥੇ ਐਲਾਨ ਕਰਤਾ ਕਿ ਸਰਕਾਰ ਜੋ ਮਰਜ਼ੀ ਨਿਰਦੇਸ਼ ਦੇਵੇ ਅਸੀਂ 12 ਤਰੀਕ ਨੂੰ ਜਿਹੜਾ ਵਾ ਇਹ ਸਕੂਲ ਖੋਲ੍ਹਣੇ ਜੀ। ਉਹਦੇ ਦੋ ਕਾਰਨ ਹੈ। ਇੱਕ ਤੇ ਬੱਚਿਆਂ ਦੀ ਪੜ੍ਹਾਈ ਵੀ ਖਰਾਬ ਹੁੰਦੀ ਹੈ। ਇੱਕ ਉਹਦੇ ਨਾਲ ਟੀਚਰ ਬੇਰੁਜ਼ਗਾਰ ਹੋ ਰਹੇ ਆ। ਉਹ ਟੀਚਰ ਤਾਂ ਬੇਰੁਜ਼ਗਾਰ ਜਿਹੜੇ ਹੋ ਰਹੇ ਆ ਜੀ, ਮਾਂ ਪਿਓ ਬੜੇ ਦੁਖੀ ਹੋਏ ਬੈਠੇ ਆ, ਨਾ ਉਹ ਨੌਕਰੀ ਜਾ ਸਕਦੇ ਨਾ ਘਰੇ ਰਹਿ ਸਕਦੇ ਆ। ਬਿਲਕੁਲ 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 ਕਮਾਈਆਂ ਵਾਂਝੇ ਕਰਤੇ, ਦਿਹਾੜੀ ਲੱਗਦੀ ਨਹੀਂ ਵਿਚਾਰੇ, ਹੁਣ ਗਰੀਬ ਕਿੱਥੋਂ ਪੜ੍ਹਾ ਲੈਣਗੇ ਆਨਲਾਈਨ ਦੱਸੋ। ਬਿਲਕੁਲ 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 300-400 ਰੁਪਇਆ। ਹੁਣ ਮੈਂ ਇੱਕ ਪਰਿਵਾਰ ਨੂੰ ਜਾਣਦਾ ਜੀ, ਮਾਰਜਨਲ ਬੇਜ਼ਮੀਨੇ ਵਿਚਾਰਾ ਜ਼ਿਮੀਂਦਾਰਾ ਪਰਿਵਾਰ ਹੈ ਜੀ। ਹੁਣ ਨਾ ਤਾਂ ਉਹ ਵਿਚਾਰਾ ਕਿੰਨੀ ਕੁ ਨੌਕਰੀ ਕਰਦਾ ਹੋਣਾ, 3 ਬੱਚੇ ਨੇ ਉਹਦੇ। ਪਹਿਲਾਂ ਤਾਂ ਉਹਨੇ 3 ਫੋਨ ਲੈ ਕੇ ਦਿੱਤੇ, ਮਾੜੇ ਤੋਂ ਮਾੜਾ ਫੋਨ ਜਿਹੜਾ ਜੀ 15,000 ਵਾਲਾ ਫੋਨ ਕੰਮ ਨਹੀਂ ਕਰਦਾ ਵੈਸੇ ਸਹੀ ਮੈਨੇ ਚ। ਫਿਰ ਸਭ ਤੋਂ ਵੱਡੀ ਗੱਲ ਜਿਹੜੀ ਇਹ ਹੈ ਜੀ, ਇਹਦੇ ਵਿੱਚ ਜਿਹੜੀ ਕਿਸਾਨ ਜਥੇਬੰਦੀਆਂ ਉਹ ਗੇਟ ਤੇ ਪਹਿਰਾ ਦੇਣਗੀਆਂ। ਅੱਛਾ ਠੀਕ ਆ, ਫਿਰ ਵਧੀਆ ਡਾਂਗ ਲੈ ਕੇ ਆਪਦੇ ਜਵਾਕ ਤਾਂ ਪੜਾਉਣੇ ਆ। ਕਿਸਾਨ ਜਥੇਬੰਦੀਆਂ ਪਹਿਰਾ ਦੇਣਗੀਆਂ ਵੀ ਸਕੂਲ ਬੰਦ ਨਹੀਂ ਕਰਾਉਣਾ ਤਾਂ ਉਹਨਾਂ ਨੂੰ ਨੱਚਣਾ, ਉਹਨਾਂ ਕਿਸਾਨ ਜਥੇਬੰਦੀਆਂ ਵੇਖਣਾ ਕੀ ਕਰਨਾ ਕੀ ਨਹੀਂ ਕਰਨਾ। ਤੇ ਕਿਸਾਨਾਂ ਦਾ ਸਹਾਰਾ ਲੈ ਕੇ ਜੇ ਕਿਸਾਨ ਜਥੇਬੰਦੀਆਂ ਠੀਕ ਹੈ ਜੀ ਸਾਥ ਦਿੰਦੀਆਂ ਤੇ ਸਕੂਲ ਖੋਲ੍ਹਣੇ ਚਾਹੀਦੇ। ਮੈਂ ਤਾਂ ਪਹਿਲਾਂ ਐਗਜ਼ਾਮਪਲ ਦਿੱਤੀ ਅਮਰੀਕਾ ਦੀ ਜੀ। ਟਰੰਪ ਨੇ ਚਿੱਟੇ ਲਫ਼ਜ਼ਾਂ ਨੇ ਕਹਿਤਾ ਵੀ ਜੇ ਤੁਸੀਂ ਸਕੂਲ ਨਹੀਂ ਖੋਲੇ ਤੁਹਾਨੂੰ ਕਿਸੇ ਕਿਸਮ ਦੀ ਕੋਈ ਗ੍ਰਾਂਟ ਦਿੱਤੀ ਜਾਊਗੀ। ਟਰੰਪ ਨੇ ਕਿ ਉਹਨੇ ਟਰੰਪ ਨੇ ਨਹੀਂ, ਟਰੰਪ ਤਾਂ ਹਾਰ ਹੂਰ ਗਿਆ ਜੀ। ਨਹੀਂ ਉਦੋਂ ਪਹਿਲਾਂ ਦੀ ਗੱਲ ਪਹਿਲਾਂ ਦੀ। ਅੱਛਾ ਮੈਂ ਕਹਿੰਦਾ ਹੁਣ ਬੜੇ ਬੰਦੇ ਮਰ ਰਹੇ ਸੀ ਨਾ, ਮੈਂ ਕਿਹਾ ਕਹਤਾ। ਅੱਛਾ ਉਦੋਂ ਉਹਨੇ ਕੀਤਾ ਸੀਗਾ। ਹੁਣ ਤੇ ਵਿਚਾਰਾ ਬਾਈਡਨ ਤੇ ਬੋਲਦਾ ਹੀ ਨਹੀਂ। ਬਾਈਡਨ ਮੈਂ ਕਿਹਾ ਹੁਣ ਤਾਂ ਬਾਈਡਨ ਸਾਹਿਬ, ਮੈਂ ਕਿਹਾ ਟਰੰਪ। ਹਾਂਜੀ ਹਾਂਜੀ ਇਸ ਕਰਕੇ ਇਹਨਾਂ ਨੇ ਕਹਿਤਾ ਵੀ ਸਾਡੀ ਜਿਹੜੀ ਨਿਗਰਾਨੀ ਆ, ਸਾਡੀ ਜਿਹੜੀ ਰਾਖੀ ਉਹ ਕਿਸਾਨ ਜਥੇਬੰਦੀਆਂ ਕਰਨਗੀਆਂ। ਇਹ ਆਪਾਂ ਕਿਸੇ ਕਿਸਾਨ ਜਥੇਬੰਦੀ ਨਾਲ ਗੱਲ ਵੀ ਕਰਾਂਗੇ, ਭਾਈ ਤੁਸੀਂ ਕਰੋਗੇ ਕੀ, ਤੁਸੀਂ ਵਿਸ਼ਵਾਸ ਦਵਾਇਆ ਇੱਥੇ ਕਿ ਨਹੀਂ? ਜੀ ਜੀ। ਤੇ ਪੱਟੀ ਸਾਹਿਬ ਕੱਲ ਮੌਸਮ ਨੇ ਬੜੀ ਕਹਿਰ ਕਮਾਇਆ ਜੀ ਸਾਰੇ ਪੰਜਾਬ 'ਚ। ਬਿਲਕੁਲ ਜੀ ਬਿਲਕੁਲ। ਮੌਸਮ ਤੇ ਵੇਖੋ ਦਿਨੋਂ ਦਿਨ ਖਰਾਬ ਹੁੰਦਾ ਜਾ ਰਿਹਾ। ਜਦੋਂ ਲੋੜ ਸੀ ਇਸ ਦਾਣੇ ਨੇ ਜਿਹੜਾ ਦੁੱਧੀਆ ਹੋਣਾ ਸੀ, ਦਾਣੇ ਨੇ ਮੋਟਾ ਹੋਣਾ ਸੀ, ਉਦੋਂ ਤੇ ਧੁੱਪ ਲੱਗ ਗਈ ਤਾਂ ਦਾਣਾ ਸੁੱਕ ਗਿਆ। ਉਹਦੇ ਨਾਲ ਝਾੜ ਤੇ ਫਰਕ ਪਿਆ। ਤੇ ਹੁਣ ਜਦੋਂ ਦਾਣਾ ਸੁੱਕਣ ਦਾ ਟਾਈਮ ਆਇਆ ਉਦੋਂ ਬਾਬਾ ਜਿਹੜਾ ਨਹੀਂ ਪਾਈ ਜਾਂਦਾ। ਹੁਣ ਤੇ ਚਾਹੀਦਾ ਵੀ ਨੂੰ ਵਗੇ ਮਾੜੀ ਮੋਟੀ ਤੇ ਦਾਣਾ ਜਿਹੜਾ ਕੱਚਾ ਹੈਗਾ ਪੱਕ ਜੇ ਪੂਰਾ ਜੀ, ਫਿਰ ਗੱਲ ਬਣਦੀ ਹੈ। ਲੇਕਿਨ ਮੌਸਮ ਜਿਹੜਾ ਉਹ ਗੜਬੜ ਅਜੇ ਵੀ, ਜਿਹੜਾ ਮੌਸਮ ਵਿਗਿਆਨੀਆਂ ਦਾ ਕਹਿਣ ਤੋਂ ਆ ਕਿ ਅਜੇ ਵੀ ਜਿਹੜੀ ਆ ਬਰਸਾਤ ਉਹ 9 ਤਰੀਕ ਨੂੰ ਫਿਰ ਹੋ ਸਕਦੀ ਜੀ। ਜੇ 9 ਤਰੀਕ ਨੂੰ ਬਰਸਾਤ ਹੁੰਦੀ ਆ ਤੇ ਫਿਰ ਤੁਹਾਨੂੰ ਪਤਾ ਵੀ ਕਿਸਾਨਾਂ ਦਾ ਕੀ ਬਣੂਗਾ, ਉਤਲਾ ਜਾਣਦਾ ਜੀ। ਫਿਰ ਕਿਉਂਕਿ ਉਹਨਾਂ ਵਿਚਾਰੇ ਦੀ ਇੱਕੋ ਹੀ ਹੈ ਜੀ ਕਿਸਾਨ। ਦੁਨੀਆ ਦੇ ਵਿੱਚ ਕਿਸਾਨ ਹੀ ਇੱਕ ਆ ਜਿਹਨੂੰ ਚੂਹੇ ਤੋਂ ਲੈ ਕੇ ਤੇ ਰਾਸ਼ਟਰਪਤੀ ਤੱਕ ਸਕਦੇ ਆ। ਲੇਕਿਨ ਉਹ ਫਿਰ ਜਿੰਦਾ ਵਾ ਜੀ, ਹੌਸਲੇ ਨਾਲ ਜਿੰਦਾ ਵਾ। ਤੇ ਰੱਬ ਤਰਸੀ ਆ, ਜੇ ਫਸਲ ਚੰਗੀ ਹੋਈ ਤੇ ਜਿਹੜੇ ਖੁਸ਼ੀ ਆ ਗਈ, ਜੇ ਫਸਲ ਨਹੀਂ ਆਈ ਤੇ ਫਿਰ ਵਿਚਾਰਾ ਉਸੇ ਤੁਰ ਪੈਂਦਾ ਕਰਜ਼ਾ ਚੁੱਕ ਕੇ। ਚਲੋ ਤੇ ਕੋਈ ਗੱਲ ਨਹੀਂ ਜੀ। ਇਸ ਕਰਕੇ ਕਿਸਾਨ ਦੀ ਜਿਹੜੀ ਜ਼ਿੰਦਗੀ ਆ ਉਹ ਬੜੀ ਮੈਂ ਸੋਚਦਾ ਕਿ ਰੱਬ ਤਰਸੀ ਆ। ਔਰ ਬਾਕੀ ਦੇ ਵਿੱਚ ਫਰਾਂਸ ਲੈ ਲਓ ਤੁਸੀਂ, ਜਰਮਨੀ ਲੈ ਲਓ, ਉੱਥੇ ਘੱਟੋ ਘੱਟ 40% ਸਬਸਿਡੀ ਕਿਸਾਨ ਦਿੱਤੀ ਜਾਂਦੀ ਹੈ। ਫਿਰ ਵੀ 3 ਕਿਸਾਨ ਅੱਜ ਫਰਾਂਸ ਦੇ ਵਿੱਚ ਜਿਹੜੇ ਉੱਥੇ ਸੁਸਾਈਡ ਕਰ ਰਹੇ ਆ। ਕੋਈ ਜਿਹੜੀਆਂ ਛੋਟਾਂ ਦੇਣੀਆਂ ਚਾਹੀਦੀਆਂ ਉਹ ਨਹੀਂ ਦਿੱਤੀਆਂ ਜਾ ਰਹੀਆਂ, ਜੋ ਫਸਲ ਦੀ ਕੀਮਤ ਨਹੀਂ ਦਿੱਤੀ ਜਾ ਰਹੀ। ਤਾਈਓ ਸਾਡੀ ਸਰਕਾਰ ਕਹਿੰਦੀ ਹੈ ਨਾ ਅਸੀਂ ਵਿਦੇਸ਼ਾਂ ਤੋਂ ਅਨਾਜ ਲਈ ਸਸਤਾ ਮਿਲਦਾ। ਇਹ ਨਹੀਂ ਪਤਾ ਫਿਰ ਆਪਣੇ ਦੁੱਖ ਮਾਰ ਦਿਓ ਜੀ, ਬਣ ਜਾਓ ਹਿਟਲਰ ਫਿਰ। ਇਸ ਕਰਕੇ ਜਿਹੜੀ ਆ ਉੱਥੇ ਸਬਸਿਡੀ ਜਾਂਦੀ। ਸਾਡੀ ਕਿੰਨੀ ਹੈ? ਸਾਡੇ ਸਬਸਿਡੀ ਬਹੁਤ ਘੱਟ ਆ ਜੀ, 2% ਨੂੰ ਸਬਸਿਡੀ ਕਹਿੰਦੇ ਹੈਗੀ ਮੇਰੇ ਖਿਆਲ। ਜਿੰਨੀ ਕੁ ਸਬਸਿਡੀ ਦਿੰਦੇ ਆ ਉਨੀ ਜਿਹੜੀ ਫਰਟੀਲਾਈਜ਼ਰ ਤੇ ਜਿਹੜੀ ਪੈਸਟੀਸਾਈਡ ਦੇ ਉਹ ਕ੍ਰੀਏਟ ਵਧਾਉਂਦੇ ਆ। ਕਿਸਾਨ ਦੀ ਹਜੇ ਤੱਕ ਦੇਖ ਲਓ ਨਰਮ ਕਣਕ ਦਾ ਭਾਅ ਹੀ ਨਹੀਂ ਦੱਸਿਆ ਕੇਂਦਰ ਸਰਕਾਰ ਨਹੀਂ। ਮੇਰੇ ਖਿਆਲ ਦੱਸਿਆ ਜੀ 1975 ਰੁਪਏ ਕਰਤਾ ਉਹਨਾਂ ਨੇ। ਹੁਣ ਅੱਜ ਭਾਵੇਂ ਕਰਤਾ ਹੋਵੇ। ਮੇਰੇ ਕੱਲ ਬੇਟਾ ਦੱਸਣ ਦੇ ਸੀ 25 ਰੁਪਏ ਵਧਾਤਾ ਜੀ। ਅੱਛਾ 25 ਰੁਪਏ। ਅੱਛਾ ਕੱਲ ਤੱਕ ਤਾਂ ਪਤਾ ਹੀ ਨਹੀਂ ਸੀ, ਨਾ ਅਖਬਾਰਾਂ 'ਚ ਆਇਆ ਕਿਤੇ। ਹਾਂਜੀ 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 ਜੀ ਜੀ ਜੀ। ਤੇ ਪੱਟੀ ਸਾਹਿਬ ਜੇਕਰ ਆਪਾਂ ਅੰਮ੍ਰਿਤਸਰ ਦੇ ਕਾਨੂੰਨ ਦੀ ਸਥਿਤੀ ਦੀ ਗੱਲ ਕਰੀਏ, ਬੜੀਆਂ ਲਾਅ ਐਂਡ ਆਰਡਰ ਦੀ ਸਥਿਤੀ ਬੜੀ ਮਾੜੀ ਪੰਜਾਬ 'ਚ ਹੀ ਹੋਈ ਪਈ ਆ। ਹੁਣ ਇੱਕ ਵੀਡੀਓ ਆਈ ਹੈ ਬਰਨਾਲੇ ਤੋਂ, ਉੱਥੇ 20-25 ਜਣੇ ਡਾਂਗਾਂ ਸੋਟਿਆਂ ਨਾਲ ਕੁੱਟੀ ਜਾਂਦੇ ਇੱਕ ਨੂੰ।
ਇਵੇਂ ਤੁਹਾਡੇ ਇੱਥੋਂ ਦੀ ਹੋਈ ਪਈ, ਆਪਣੇ ਅੰਮ੍ਰਿਤਸਰ 'ਚ ਵੀ ਹੋਈ ਬੈਠੀ ਆ, ਸਾਰੇ ਬੁਰਾ ਜਿਹਾ ਹਾਲ ਹੋਇਆ ਪਿਆ, ਲੁੱਟ ਖਸੁੱਟ। ਐਂ ਲੱਗਦਾ ਜਿਵੇਂ ਸਰਕਾਰ ਨਾਂ ਦੀ ਕੋਈ ਚੀਜ਼ ਹੀ ਨਹੀਂ ਹੁੰਦੀ। ਲਾ ਐਂਡ ਆਰਡਰ ਨਾਂ ਦੀ ਸਿਚੁਏਸ਼ਨ ਬਿਲਕੁਲ ਤਾਰ-ਤਾਰ ਹੋਈ ਪਈ ਹੈ। ਕੋਈ ਅਫਸਰ ਨਹੀਂ ਮਿਲਦਾ, ਕੋਈ ਅਫਸਰ ਕੋਈ ਐਕਸ਼ਨ ਨਹੀਂ ਹੁੰਦਾ। ਜੇ ਕਿਸੇ ਨੂੰ ਫੋਨ ਵੀ ਕਰਦੇ ਹੋ ਤੇ ਉਹ ਬੰਦੇ ਜਿਹੜੇ ਉਹ ਲੁਧਿਆਣੇ ਪੁੱਜੇ ਹੁੰਦੇ ਤੇ ਉਹ ਫਿਰ ਉਹਦੇ ਦੱਸੋ ਜੀ ਕੀ ਗੱਲ ਹੋ ਗਈ। ਇਸ ਕਰਕੇ ਲਾ ਐਂਡ ਆਰਡਰ ਦੀ ਸਿਚੁਏਸ਼ਨ ਤੇ ਜਿਹੜੀ ਕੈਪਟਨ ਸਰਕਾਰ ਨੂੰ ਕੰਟਰੋਲ ਕਰਨਾ ਪਊਗਾ। ਇਸ ਵੇਲੇ ਪਿਸਤੌਲ ਲੋਕਾਂ ਨੇ ਹੱਥ ਚੁੱਕਿਆ, ਜਿਹਨੂੰ ਮਰਜ਼ੀ ਗੋਲੀ ਮਾਰਦੇ, ਜਿੱਥੇ ਮਰਜ਼ੀ ਮਾਰ ਦਿੰਦੇ। ਹੁਣ ਅੰਮ੍ਰਿਤਸਰ ਦੇ ਵੇਖੋ ਨੇ ਇੱਕ ਵਿਚਾਰਾ ਪ੍ਰਾਈਵੇਟ ਨੌਕਰੀ ਕਰਦਾ ਸੀ ਹਸਪੀਟਲ ਦੇ ਵਿੱਚ, ਉਹ ਆਪਣੇ ਘਰ ਜਾ ਰਿਹਾ ਸੀ ਵਾਪਸ। ਅੱਛਾ ਜੀ। ਰਸਤੇ 'ਚ ਪਹਿਲਾਂ ਉਹਦੇ ਮੋਟਰਸਾਈਕਲ ਖੋਇਆ, ਉਹਨੂੰ ਗੋਲੀ ਮਾਰੀ, ਵਿਚਾਰਾ ਉਹ ਹਸਪੀਟਲ ਐਡਮਿਟ ਪਿਆ ਵਾ ਤੇ ਅੱਗੇ ਜਾ ਕੇ ਪੈਟਰੋਲ ਪੰਪ ਲੁੱਟ ਲਿਆ ਉਸੇ ਮੋਟਰਸਾਈਕਲ ਤੇ ਜਾ ਕੇ। ਦੱਸੋ। ਇੱਕ ਡਾਕਟਰ ਸੀ ਇੱਥੇ ਸਾਡੇ ਸਵਰਾਜ ਸਿੰਘ ਨਾਪੀ ਦਾ ਹਸਪੀਟਲ ਵਾਲਾ, ਉਹ ਜਰਾ ਘਰ ਨੂੰ ਗਿਆ, ਆਪਣੇ ਘਰ ਦੇ ਬਾਹਰ ਗਿਆ, ਜਾ ਕੇ ਆਪਣੀ ਲਾਲ ਮਿਲ ਜੇ ਕਾਰ ਬਾਹਰ ਖੜੀ ਕੀਤੀ ਤੇ ਮਗਰਲੇ ਪਾਸੇ ਕਾਰ ਇੱਕ ਹੋਰ ਆਉਂਦੀ ਸੀ। ਉਹਨਾਂ ਆ ਕੇ ਗੋਲੀਆਂ 2 ਮਾਰੀ, ਇੱਕ ਲੱਤ 'ਚ ਮਾਰੀ, ਇੱਕ ਮਾਰੀ ਉਹਦੇ 'ਚ ਪੈਰ 'ਚ ਮਾਰੀ, ਉਹਨੂੰ ਫੱਟੜ ਕਰ ਤੋਂ ਦੀ ਕਾਰ ਖੋਹ ਕੇ ਲੈ ਗਏ। ਮਤਲਬ ਲੋਕਾਂ ਦੇ ਕੋਲ ਹਥਿਆਰ ਤੇ ਐਂਡ ਲਈ ਫਿਰਦੇ, ਜੇ ਪੁੱਛਦੇ ਕੋਈ ਨਹੀਂ ਹੁੰਦਾ ਜੀ। ਕਿਸੇ ਵੇਲੇ ਹੁੰਦਾ ਸੀ ਜਿਹਦੇ ਕੋਲ ਹਥਿਆਰ ਹੁੰਦਾ ਸੀ, ਪਤਾ ਲੱਗਦਾ ਸੀ, ਬਕਾਇਦਾ ਤੋਂ ਉਹਦੀ ਛਾਣਬੀਣ ਹੁੰਦੀ ਸੀ। ਲੇਕਿਨ ਦਾਨੇ ਵਾਲੀ ਸਭ ਪ੍ਰੋਬਲਮ ਇਹ ਵੀ ਹੈਗੀ ਜੀ। ਤੁਹਾਨੂੰ ਪਤਾ ਹੋਏਗਾ ਪਿੱਛੇ ਦੇ ਜਦੋਂ ਉਹ ਪਿਛਲੀ ਸਰਕਾਰ ਸੀ, ਅਕਾਲੀ ਸਰਕਾਰ ਸੀ, ਉਸ ਟਾਈਮ ਤੇ ਹੋਮ ਮਿਨਿਸਟਰ ਆਫ ਇੰਡੀਆ ਨੇ ਇੱਕ ਆਰਡਰ ਕੱਢ ਦਿੱਤਾ ਸੀ ਵੀ ਹਥਿਆਰਾਂ ਤੇ ਪਾਬੰਦੀ ਲਈ ਜਾਂਦੀ। ਮੁੜ ਕੇ ਰੌਲਾ ਪਿਆ, ਸਰਕੂਲਰ ਆ ਗਿਆ ਵੀ ਮਹੀਨੇ ਦੇ ਵਿੱਚ ਜਿਹੜਾ ਇੱਕ ਜਿਹੜਾ ਡਿਸਟ੍ਰਿਕਟ ਦੇ ਵਿੱਚ ਜਿਹੜੇ ਉਹ 4 ਜਾਂ 5 ਹਥਿਆਰ ਦਿੱਤੇ ਜਾ ਸਕਦੇ ਜੀ। ਉਹ ਕਿਹਦੇ ਹੁੰਦੇ ਸੀ? ਮੰਤਰੀਆਂ ਸੰਤਰੀਆਂ ਦੇ ਜੀ। ਆਮ ਬੰਦੇ ਕੇ ਸਰਕੂਲਰ ਰੱਖ ਦਿੱਤਾ ਜੀ, ਸਰਕੂਲਰ ਆ ਜੀ ਹਥਿਆਰ ਬੰਦ ਆ ਜੀ। ਮੰਤਰੀ ਦਾ ਫੋਨ ਆਊਗਾ ਤੇ ਮੰਤਰੀ ਨੇ ਕਿਹਦੀ ਸਿਫਾਰਿਸ਼ ਕਰਨੀ? ਕਿਸੇ ਬਦਮਾਸ਼ ਨੂੰ ਨਹੀਂ ਕਰਨੀ, ਉਹ ਚੰਗੇ ਭਲੇ ਮਾਨਸ ਦੀ ਤਾਂ ਕਰਦਾ ਨਹੀਂ ਕੋਈ, ਭਲੇ ਮਾਨਸ ਦੀ ਕਰਨੀ ਨਹੀਂ। ਤੇ ਫਿਰ ਉਹਨਾਂ ਨੇ ਉਹੀ ਹੱਲ ਕਰਨਾ ਜੀ। ਪਰ ਇਹ ਯਾਦ ਰੱਖਣਾ ਪੋਲੀਟੀਸ਼ੀਅਨ ਜੋ ਇਹ ਕਰ ਰਿਹਾ, ਕੱਲ ਨੂੰ ਇਹ ਅੱਗ ਉਹਨਾਂ ਦੇ ਘਰ ਤੱਕ ਪਹੁੰਚਣੀ ਹੈ। ਅੱਜ ਭਲਿਆ ਮਾਨਸਾਂ ਦੇ ਘਰ ਤੱਕ, ਕੱਲ ਨੂੰ ਉਹਨਾਂ ਦੇ ਘਰ ਤੱਕ ਪਹੁੰਚਣੀ ਹੈ। ਇਹ ਉਹਨਾਂ ਦੇ ਇਹਨਾਂ ਮੁੜ ਕੇ ਉਹਨਾਂ ਦੇ ਦੁਆਲੇ ਹੋਣਾ ਜੀ। ਇਸ ਕਰਕੇ ਪੰਜਾਬ ਦੇ ਵਿੱਚ ਲਾ ਐਂਡ ਆਰਡਰ ਦੀ ਸਿਚੁਏਸ਼ਨ ਬਿਲਕੁਲ ਖਰਾਬ ਹੋ ਗਈ ਆ। ਮੈਂ ਰਾਤ ਨੂੰ ਦਰਬਾਰ ਸਾਹਿਬ ਜਾਂਦਾ ਜੀ 3 ਵਜੇ ਜੀ। ਮੇਰੇ ਘਰ ਤੋਂ 8 ਕਿਲੋਮੀਟਰ ਦੂਰ ਦਰਬਾਰ ਸਾਹਿਬ ਆ। ਰਸਤੇ 'ਚ ਕੋਈ ਨਾਕਾ ਨਹੀਂ, ਕੋਈ ਪੁਲਿਸ ਨਹੀਂ। ਰਸਤੇ 'ਚ ਭਾਵੇਂ ਕੋਈ ਕਾਰ ਖੋਹ ਕੇ ਲੈ ਜਾਏ, ਕੋਈ ਸਕੂਟਰ ਖੋਹ ਕੇ ਲੈ ਜਾਏ, ਕਿਸੇ ਨੂੰ ਮਾਰ ਜਾਏ, ਕਿਸੇ ਨੂੰ ਕੋਈ ਪਤਾ ਨਹੀਂ। ਇਹ ਹਾਲਾਤ ਨੇ ਜੀ ਬਾਉਨ ਆਰਡਰ ਦੇ। ਤੇ ਬਾਕੀ ਕੀ ਰਹਿ ਗਿਆ ਇੱਥੇ? ਕੈਪਟਨ ਸਾਹਿਬ ਜਿਹੜੇ ਆਪਣੇ ਜਿਹੜਾ ਫਾਰਮ ਉਸ ਤੋਂ ਬਾਹਰ ਨਿਕਲਦੇ ਨਹੀਂ, ਉਹਨਾਂ ਨੇ ਸਾਰੀ ਕਮਾਂਡ ਦਿੱਤੀ ਪੀਕੇ ਨੂੰ। ਪੀਕੇ ਜੋ ਕਰੇ, ਪੀਕੇ ਜੋ ਮਰਜ਼ੀ ਕਰੇ ਜੀ, ਪੀਕੇ ਜੋ ਮਰਜ਼ੀ ਕਰੇ। ਹਾਂਜੀ ਹਾਂਜੀ, ਪੀਕੇ ਜੋ ਕਰੇਗਾ ਤੇ ਫਿਰ ਆਪੇ ਲੋਕੀ ਵੇਖਣ ਕੀ ਕਰਨਾ। ਅਸੀਂ ਉਹਦਾ ਸਮਾਂ ਤਾਂ ਰਹਿ ਨਹੀਂ ਗਿਆ ਹੁਣ। ਆ ਗਿਆ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਜਿਹੜੀ ਆ ਉਹਨੂੰ ਖਿਆਲ ਕਰਨਾ ਚਾਹੀਦਾ। ਇਹ ਨਹੀਂ ਵੀ ਮੁੱਖ ਮੰਤਰੀ ਦਾ ਬਿਆਨ ਹੁੰਦਾ ਤੇ ਫਿਰ ਹੀ ਕੰਮ ਕੋਈ ਕਾਰਵਾਈ ਕਰਨੀ ਹੈ। ਪਹਿਲਾਂ ਵੀ ਕਰ ਲਓ ਮਾੜੀ ਮੋਟੀ, ਵੀ ਤੁਸੀਂ ਤਨਖਾਹਾਂ ਦਿੰਦੇ ਹੋ ਜੀ। ਅੱਛਾ, ਇੱਕ ਚੀਜ਼ ਮੈਨੂੰ ਦੱਸੋ ਵੀ ਪੰਜਾਬ 'ਚ ਵਾਕਈ ਇੰਨਾ ਕਰੋਨਾ ਫੈਲ ਗਿਆ ਕਿ ਡਰ ਵਾਲਾ ਮਾਹੌਲ ਪੈਦਾ ਹੋ ਗਿਆ? ਸਾਰਾ ਕੁਛ ਵਿਚਾਰੇ ਮਜ਼ਦੂਰ ਫੇਰ ਭੱਜਣ ਲੱਗ ਪਏ। ਹੁਣ ਕਣਕਾਂ ਦੀ ਵਾਢੀ ਤੋਂ ਪਹਿਲਾਂ ਕਿਸਾਨਾਂ ਨੂੰ ਤਾਂ ਐਂ ਸੀਗਾ ਵੀ ਤੂੜੀ ਤਾੜੀ ਬਣਾਵਾਂਗੇ। ਇਹ ਕੀ ਵੇਖੋ ਜੀ, ਜਿਹੜੀ ਮਜ਼ਦੂਰਾਂ ਦੀ ਤੁਸੀਂ ਗੱਲ ਕੀਤੀ ਆ ਜੀ, ਜਿਹੜੀਆਂ ਟ੍ਰੇਨਾਂ ਸਾਡੀਆਂ ਅੰਮ੍ਰਿਤਸਰ ਤੋਂ ਚੱਲਦੀਆਂ ਉਹ ਮਈ ਤੱਕ ਬੁੱਕ ਹੋ ਗਈਆਂ ਪੂਰੀ ਨੇ ਪੂਰੀ। ਅੱਛਾ। ਉਹ ਕਹਿੰਦੇ ਨਹੀਂ ਭਾਈ, ਅੱਗੇ ਅਸੀਂ ਬੜੇ ਦੁਖੀ ਹੋਏ ਸਾਂ, ਸਾਨੂੰ ਬੜਾ ਨੁਕਸਾਨ ਹੋਇਆ ਸੀ ਤੇ ਐਤਕੀ ਅਸੀਂ ਨੁਕਸਾਨ ਨਹੀਂ ਖਾਣਾ ਵੀ ਕਿਤੇ ਹੋਰ ਨਾ ਬੰਦ ਲੱਗ ਜੇ। ਹੈ ਹੁਣ ਜੇ ਇਹ ਫਿਰ ਲੋਕਡਾਊਨ ਹੋ ਗਿਆ, ਜਾਣਾ ਮੁੜ ਕੇ ਅਸੀਂ ਕਿੱਥੇ ਆ? ਅਸੀਂ ਜਾ ਕੇ ਘੱਟ ਖਾ ਲਾਂਗੇ, ਥੋੜੀ ਖਾ ਲਾਂਗੇ। ਇਸ ਕਰਕੇ ਅਸੀਂ ਆਪਣੇ ਘਰ ਹੀ ਚੰਗੇ ਆ। ਇਸ ਕਰਕੇ ਡਰੇ ਉਹ ਆਪਣੀ ਸੀਟਾਂ ਬੁੱਕ ਕਰਾਈ ਜਾ ਰਹੇ ਤੇ ਵਾਪਸ ਜਾਣ ਜਾਰੀ ਕਰ ਰਹੇ। ਹਾਲੀ ਕਿ ਪੰਜਾਬ ਦੇ ਵਿੱਚ ਤੁਸੀਂ ਵੇਖੋ ਲੋਕੀ ਸਾਡੇ ਬੜੇ ਕਮੋਡੇਟ ਕਰਦੇ ਇਹਨਾਂ ਨੂੰ। ਜਿਹੜੀ ਪਿੱਛੇ ਜੇ ਖਬਰ ਆਈ ਸੀ ਵੀ ਇੱਥੇ ਜਿਹੜੇ 58 ਬੰਦੇ ਜੀ ਉਹ ਜਿਹੜੇ ਵਧੀਆ ਮਜ਼ਦੂਰ ਬਣਾਏ ਆ ਜੀ। ਉਹ ਖਬਰ 'ਚ ਮੈਨੂੰ ਕੁਛ ਨਹੀਂ ਸੀਗਾ, ਪਰ ਚਰਚਾ ਕਿੰਨੀ ਉਹਦੀ ਹੋਈ। ਚਰਚਾ ਉਹੀ ਬਸ ਪਤਾ ਹੀ ਨਹੀਂ, ਐਵੇਂ ਨੇਰੇ ਬਿਨਾਂ ਗੱਲ ਤੋਂ ਬਸ ਉਹੀ ਤਾਂ ਚੀਜ਼ ਹੈ। ਇਹ ਪੰਜਾਬ ਦੇ ਵਿੱਚ ਇਹੋ ਜਿਹੀ ਗੱਲ ਹੀ ਕੋਈ ਨਹੀਂ ਹੈਗੀ। ਪੰਜਾਬ ਦੇ ਵਿੱਚ ਤੇ ਸਾਰੇ ਕਿਸਾਨ ਸਾਡੇ ਜਦੋਂ ਆਉਂਦੇ ਮਜ਼ਦੂਰ, ਜਦੋਂ ਕੀ ਆਉਂਦੀ ਝੋਨਾ ਲਾਉਣਾ ਹੁੰਦਾ ਜਾਂ ਕਣਕ ਵੱਢਣੀ ਹੁੰਦੀ, ਜਾਂਦੇ ਆ ਕਹਿੰਦੇ ਭਈਆ ਜੀ ਹਮਾਰੇ ਸਾਥ आओ, शाम को 2 पैक बिस्किट भी मिलेगी, आपको मोबाइल भी देंगे, मोबाइल भी देंगे, रहने के लिए अच्छा मकान भी देंगे, गर्मियों में एसी भी देंगे आपको, बस सब कुछ कहते हो। ਲੇਕਿਨ ਉਹ ਪਿੱਛੇ ਜੇ ਘਟਨਾਵਾਂ ਵਾਪਰੀਆਂ ਸੀ ਸਿਰਫ ਜਿਹਦੇ ਆਪਣੇ ਜਿਹੜੇ ਹੈਗੇ ਨਾ ਭੱਠਿਆਂ ਦੀਆਂ ਘਟਨਾਵਾਂ ਜ਼ਰੂਰ ਪਿੱਛੇ ਜੇ ਵਾਪਰੀਆਂ ਸੀ। ਭੱਠਿਆਂ ਵਾਲੀਆਂ ਵੀ ਜੀ ਮੈਨੂੰ ਹੋਰ ਲੱਗਦੀ, ਉਹਦੇ 'ਚ ਵੀ ਕਈ ਵਾਰੀ ਹੈਗਾ। ਮੈਂ ਉਹ ਪਤਾ ਗੱਲ ਕੀ ਹੈ ਜੀ, ਉਹਦੇ ਵਿੱਚ ਭੱਠਾ ਮਾਲਕ ਦਾ ਸਿੱਧਾ ਕਸੂਰ ਨਹੀਂ, ਉਹ ਹੁੰਦੇ ਗਾ ਠੇਕੇਦਾਰ। ਉਹ ਲੈ ਲੈਂਦੇ। ਹੁਣ ਪਰਿਵਾਰ ਐਡਵਾਂਸ ਲੈ ਲੈਂਦੇ ਆ ਪੈਸਾ।
ਜੀ 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 ਉਹ ਐਡਵਾਂਸ ਦੇ ਕੇ ਲੈ ਕੇ ਆਉਂਦੇ ਆ, ਕਿਉਂਕਿ ਉਹ ਤਾਂ ਮੈਂ ਜਿੰਨਾ ਕੁ ਮੈਨੂੰ ਪਤਾ, ਮੇਰਾ ਭੱਠੇ ਵਾਲਾ ਕੋਈ ਜਾਣਕਾਰ ਨਹੀਂ, ਪਰ ਮੈਂ ਤੇ ਸਟੋਰੀ ਕੀਤੀ ਸੀ। ਜੀ ਜੀ ਉਹ ਠੇਕੇਦਾਰ ਹੁਣ ਜਿਵੇਂ ਰਾਜਸਥਾਨ ਦੇ ਮਜ਼ਦੂਰ ਲੈਂਦੇ, ਹੋਰ ਲੈਂਦੇ, ਉਹਨੂੰ ਜਿਵੇਂ ਸਮਝ ਲਓ ਕਹਿ ਦਿੰਦਾ ਵੀ 1 ਲੱਖ ਇੱਟ ਤੂੰ ਥੱਪਣੀ ਹੈ ਤੇ ਆਹ ਚੱਕ ਤੇਰਾ ਐਡਵਾਂਸ। ਹੁਣ ਤੁਸੀਂ ਵੀ ਸਿਆਣੇ ਹੋ, ਭਾਵੇਂ ਤੁਸੀਂ ਕਿਸੇ ਨੂੰ ਵੀ ਤਕੜੇ ਕਹਿੰਦੇ ਘੁਆਉਂਦੇ ਬੰਦੇ ਨੂੰ, ਜੇ ਸਾਡੇ ਮੋਟੀ ਜੀ ਗੱਲ ਮੈਂ ਕਹਿੰਦਾ, ਇਹ ਤਾਂ ਗਰੀਬ ਬੰਦੇ ਆ ਤੇ ਸਾਡੇ ਤਾਂ ਅੰਦਾਨੀ ਬਾਨੀ ਵਰਗੇ ਤੇ ਵੱਡੇ ਵੱਡੇ ਪੈਸੇ ਲੈ ਕੇ ਭੱਜ ਗਏ। ਹੁਣ ਕਰਜ਼ਾ ਜਿਹੜਾ ਦੇਖੋ ਤੁਸੀਂ, ਜਿਹੜੀ ਜੇ ਤਾਂ ਕਾਰਲ ਮਾਰਕਸ ਦੇ ਲਾ ਮੁਤਾਬਕ ਮਜ਼ਦੂਰ ਨੂੰ ਡੇਲੀ ਉਹਦੀ ਮਜ਼ਦੂਰੀ ਦੇ ਦਿੰਦੇ ਤਾਂ ਉਹਦੇ ਵਰਗਾ ਉਹਨੂੰ ਸਕੂਨ ਕਿਤੇ ਨਹੀਂ ਮਿਲਦਾ। ਜੀ 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 ਜੇ ਉਹਨੂੰ ਤੁਸੀਂ ਪਹਿਲਾਂ ਪੈਸੇ ਦਿੱਤੇ ਤੇ ਮੁੜ ਕੇ ਜਦੋਂ ਕੱਟਦੇ ਹੋ, ਮੈਂ ਠੀਕ ਹੈ, ਤੇ ਉਹਨੂੰ ਦੁੱਖ ਹੁੰਦਾ, ਉਹਨੂੰ ਐਂ ਲੱਗਦਾ ਮੇਰੀ ਮਜ਼ਦੂਰੀ ਕੱਟ ਲਈ, ਕਿਉਂਕਿ ਪਹਿਲਾਂ ਵਾਲੇ ਪੈਸੇ ਤਾਂ ਭੁੱਲ ਜਾਂਦਾ, ਪਹਿਲੇ ਭੁੱਲ ਜਾਂਦਾ, ਉਹਨੇ ਵਰਤ ਲਿਆ ਹੁੰਦੇ ਪਹਿਲਾਂ, ਉਹ ਵਰਤ ਲੈਂਦਾ। ਤੇ ਠੇਕੇਦਾਰ ਕਹਿੰਦਾ ਭਾਈ 1 ਲੱਖ ਇੱਟ ਥੱਪ, ਜੀ ਜੀ, ਕਿਉਂਕਿ ਉਹਨੇ ਕਾ ਪੈਸੇ ਲਏ ਹੁੰਦੇ ਆ ਪੱਠਾ ਮਾਲਕ ਤੋਂ, ਪੱਠਾ ਮਾਲਕ ਉਹਨੂੰ ਫੜਦਾ। ਜੀ ਜੀ, ਫਿਰ ਪੱਠਿਆਂ ਦੇ ਉੱਤੇ ਕੋਈ ਰਹਿਣ ਨੂੰ ਤੁਹਾਨੂੰ ਵੀ ਪਤਾ ਵੀ ਕੋਈ ਐਡੀ ਵੱਡੀ ਸਹੂਲਤ ਤਾਂ ਹੁੰਦੀ ਨਹੀਂ, ਉਹ ਤਾਂ ਹੋ ਜਾਂਦਾ ਕਿਉਂਕਿ ਮਜ਼ਦੂਰ ਜਿਹੜੇ ਨੇ ਉਹ ਪੱਠਿਆਂ ਤੇ ਹੀ ਰਹਿੰਦੇ ਆ। ਜੇ ਤਾਂ ਦੂਰ ਰਹਿੰਦੇ ਹੁਣ ਫਿਰ ਤਾਂ ਆਪਾਂ ਮੰਨ ਲਈਏ ਵੀ ਉਹ ਬੰਧੂਆ ਮਜ਼ਦੂਰ, ਉਹ ਬਣ ਗੱਲ ਆਏ ਜਾਂਦੀ ਹੈ, ਕਿਉਂਕਿ ਪੱਠੇ ਦੇ ਪ੍ਰਮਾਈਸਿਸ 'ਚ ਹੀ ਰਹਿੰਦੇ ਹੁੰਦੇ, ਉਹ ਅਗਲੇ ਕਹਿੰਦੇ ਵੀ ਇਹ ਡਾਂਗ ਲੈ ਕੇ ਬੈਠੇ ਆ ਬਾਹਰ, ਇਹਨਾਂ ਨੂੰ ਰਹਿਣ ਨਹੀਂ ਦਿੰਦੇ। ਆਪਾਂ ਉਹ ਹਿਊਮਨ ਮੌਕਾ ਮਿਲ ਜਾਂਦਾ ਹਾਂ, ਮੌਕਾ ਦੇਖੋ ਉਹੀ ਤਾਂ ਚੀਜ਼ਾਂ ਨੇ। ਹੁਣ ਸੁਣਵਾਈ ਤਾਂ ਹੁੰਦੀ ਹੈ ਨਾ ਜੀ ਇਸ ਚੀਜ਼ ਦੀ। ਜਿਵੇਂ ਹੁਣ ਸਾਡੇ ਮਾਲਵੇ 'ਚ ਰਿਵਾਜ ਹੈ ਜੀ, ਸਾਰੇ ਸਾਲ ਦੀ ਮਜ਼ਦੂਰੀ ਜਿਹੜੀ ਹੈ ਪਹਿਲਾਂ ਲੈ ਲੈਂਦੇ ਨੇ। 99% ਪਿੰਡਾਂ 'ਚ ਪਹਿਲਾਂ ਸਾਰੇ ਸਾਲ ਦੀ ਜਿਹੜਾ ਬੰਦਾ ਕੰਮ ਕਰਦਾ ਮਜ਼ਦੂਰੀ ਲੈ ਲੈਂਦਾ। ਜੀ ਜੀ ਜੀ, ਠੀਕ ਆ। ਉਹ ਵੀ ਫਿਰ ਮੁੜ ਕੇ ਕਈਆਂ ਦੇ ਰੌਲੇ ਪਏ ਨੇ ਇਸ ਚੀਜ਼ ਦੇ। ਹਾਂ, ਇਹ ਚੀਜ਼ਾਂ ਨੇ ਜੀ, ਇਹ ਚੀਜ਼ਾਂ ਹੁਣ ਇਹਨੂੰ ਕੀ ਕਹੀਏ, ਇਹ ਬੰਧੂਆ ਮਜ਼ਦੂਰੀ ਹੈ ਕੀ ਹੈ। ਜੇ ਅਸੀਂ ਵੀ ਨੌਕਰੀਆਂ ਕੀਤੀਆਂ ਫਿਰ ਅਸੀਂ ਵੀ ਸਮਝ ਲਈਏ ਵੀ ਉਹ ਬੰਧੂਆ ਮਜ਼ਦੂਰੀ ਹੈ। ਕੰਟਰੈਕਟ ਸਾਈਨ ਕਰਦੇ ਸੀ ਵੀ 2 ਮਹੀਨੇ ਪਹਿਲਾਂ ਦੱਸੋ। ਬਿਲਕੁਲ ਬਿਲਕੁਲ, ਤੁਹਾਡੀ ਗੱਲ ਠੀਕ ਹੈ ਜੀ। ਉਹ ਵੀ ਮਿੱਠੀ ਕਹਿ ਰਹੀ ਹੈ ਜੀ। ਹਾਂ ਹਾਂਜੀ, ਉਹ ਵੀ ਇੱਕ ਮਿੱਠੀ ਕਹਿ ਰਹੀ ਹੈ, ਲੇਕਿਨ ਕਰਨਾ ਕੀ ਵੇਖੋ। ਨਹੀਂ, ਜੇ ਹੁਣ ਫੌਜ ਦੀ ਨੌਕਰੀ ਹੈ, ਫੌਜ ਦੀ ਨੌਕਰੀ 'ਚ ਹੀ ਅਗਲਾ ਕਹਿੰਦਾ ਤੂੰ ਛੱਡ ਕੇ ਨਹੀਂ ਜਾ ਸਕਦਾ, ਜਾਂ ਤੂੰ 15 ਸਾਲ 20 ਸਾਲ ਨੌਕਰੀ ਕਰ, ਨਹੀਂ ਤਾਂ ਤੇਰੀ ਜਿਹੜੀ ਤੈਨੂੰ ਕੀ ਕਹਿੰਦੇ ਟ੍ਰੇਨਿੰਗ ਦਿੱਤੀ ਆ ਉਹਦੇ ਪੈਸੇ ਦੇ। ਤੁਸੀਂ ਚੰਗਾ ਕੀਤਾ ਜੀ ਫੌਜ ਦੀ ਗੱਲ ਕਰ ਲਈ ਆ। ਫੌਜ ਦੇ ਵਿੱਚ ਇਸ ਵੇਲੇ ਮੇਰੇ ਖਿਆਲ ਹਜ਼ਾਰਾਂ ਅਫਸਰਾਂ ਦੀਆਂ ਪੋਸਟਾਂ ਖਾਲੀ ਨੇ। ਹਜ਼ਾਰਾਂ ਪੋਸਟਾਂ ਜੀ, ਜਿਹਨੂੰ ਸਰਕਾਰ ਭਰਨ ਲਈ ਤਿਆਰ ਨਹੀਂ ਗਈ। ਤੇ ਰਾਵਤ ਦਾ ਬਿਆਨ ਆ ਗਿਆ, ਉਹਨੇ ਕਹਿ ਦਿੱਤਾ ਜੀ 1 ਲੱਖ ਫੌਜੀ ਅਸੀਂ ਫਿਰ ਘਟਾ ਰਹੇ। ਦੱਸੋ। ਤੇ ਜਿਹਦਾ ਟੱਕਰ ਆ ਉਹ ਵਧਾਈ ਜਾਂਦਾ ਰਿਹਾ। ਇਹਦਾ ਮਤਲਬ ਵੀ ਜਿਹੜਾ ਦੇਸ਼ ਹੈ ਇਹਨੂੰ ਕਿਤੇ ਨਾ ਕਿਤੇ ਤੁਸੀਂ ਗਹਿਣੇ ਰੱਖ ਰਹੇ ਹੋ। ਕਿਉਂਕਿ ਜਿਹੜੀ ਮਿਜ਼ਾਈਲਾਂ ਬਣਨੀਆਂ ਜੀ, ਮਿਜ਼ਾਈਲਾਂ ਵੀ ਦਿੱਤੀਆਂ ਪ੍ਰਾਈਵੇਟ ਅਦਾਰਿਆਂ ਨੂੰ। ਉਹ ਤਾਂ ਸਾਰਾ ਕੁਝ ਇਹਨਾਂ ਨੂੰ ਦੇਤਾ ਜੀ। ਜੇ ਮਿਜ਼ਾਈਲਾਂ ਤੁਸੀਂ ਪ੍ਰਾਈਵੇਟ ਦੇ ਦਿੱਤੀ ਤੇ ਫਿਰ ਮਿਜ਼ਾਈਲ ਉਹੋ ਜਿਹੀ ਮਿਲਣੀ ਤੁਹਾਨੂੰ। ਮਿਜ਼ਾਈਲ ਮੈਨ ਅਬਦੁਲ ਕਲਾਮ ਨੇ ਜਿੰਨੀ ਮਿਹਨਤ ਕਰਕੇ ਮਿਜ਼ਾਈਲਮੈਨ ਬਣ ਕੇ ਹਿੰਦੁਸਤਾਨ ਨੂੰ ਉਸ ਐਟੋਮਿਕ ਐਨਰਜੀ 'ਚ ਖੜਾ ਕੀਤਾ ਸੀ, ਉਨੀ ਮਿਹਨਤ ਕੋਈ ਕਰ ਸਕਦਾ ਕਿ ਨਹੀਂ ਕਰਨੀ। ਅੰਮ੍ਰਿਤਸਰ ਉਹ ਆਏ ਇੱਥੇ DAV DB ਕਾਲਜ 'ਚ, ਇੱਕ ਲੜਕੀ ਨੇ ਪੁੱਛਿਆ ਸਰ ਤੁਸੀਂ ਸ਼ਾਦੀ ਕਿਉਂ ਨਹੀਂ ਕਰਾਈ? ਕਹਿੰਦੇ ਬੇਟਾ ਜੀ ਟਾਈਮ ਨਹੀਂ ਮਿਲਿਆ। ਤੇ ਆਪਣੀਆਂ ਮਿਜ਼ਾਈਲਾਂ ਦੇ ਕੰਮ 'ਚ ਮੈਂ ਇੰਨਾ ਬਿਜ਼ੀ ਸੀ, ਮੈਨੂੰ ਆਪਣੀ ਸ਼ਾਦੀ ਦਾ ਸਮਾਂ ਨਹੀਂ ਮਿਲਿਆ ਸ਼ਾਦੀ ਕਰਨਾ ਆਪਣੀ। ਤੇ ਜਿੱਦਾਂ ਰਾਸ਼ਟਰਪਤੀ ਭਵਨ 'ਚੋਂ ਆਪਣੇ ਪਿੰਡ ਗਿਆ ਸੀ ਤੇ ਉਹੀ 2 ਟਰੰਕ ਨਾਲ ਲੈ ਕੇ ਗਿਆ ਸੀ। ਉਹ ਕੋਈ ਗੱਡੀ ਨਹੀਂ ਲੈ ਕੇ ਤੇ ਕੋਈ ਕਾਰ ਨਹੀਂ ਲੈ ਕੇ ਗਿਆ। ਜਦੋਂ ਆਪਣੇ ਪਿੰਡ ਰਿਹਾ ਤਾਂ ਉਸੇ ਮਕਾਨ ਜਾ ਕੇ ਰਿਹਾ ਜੋ ਜੱਦੀ ਮਕਾਨ ਸੀ ਜੀ। ਇਹ 2 ਬੰਦੇ ਸੀ ਕਿ ਇੰਦਰਜੀਤ ਗੁਪਤ ਜਿਹੜਾ ਸਾਡੇ ਹਿੰਦੁਸਤਾਨ ਦਾ ਹੋਮ ਮਿਨਿਸਟਰ ਰਿਹਾ, ਇੱਕ ਇਹ ਬੰਦੇ, ਇਹ 2 ਬੰਦਿਆਂ ਦੀ ਜਿਹੜੀ ਅਰਥੀ ਵੀ ਉੱਥੇ ਹੀ ਉੱਠੀ ਹੈ ਜਿੱਥੇ ਉਹ ਜਿਹੜੇ ਪੈਦਾ ਹੋਏ ਸੀ ਜੀ। ਇਸ ਕਰਕੇ ਇਹੋ ਜਿਹੇ ਬੰਦਿਆਂ ਦੀ ਲੋੜ ਆ। ਤੇ ਤੁਸੀਂ ਹੁਣ ਰਾਵਤ ਨੇ ਕਹਿ ਦਿੱਤਾ ਜੀ 1 ਲੱਖ ਦੀ ਫੌਜ ਘਟਾ ਦਿਆਂਗੇ, ਤੇ ਘਟਾ ਦਿਓ ਫੌਜ। ਤੁਹਾਨੂੰ ਪਤਾ ਨਹਿਰੂ ਗਾਂਧੀ ਨੇ ਫੌਜ ਘਟਾ ਕੇ ਕੀ ਕੀਤਾ ਸੀਗਾ ਜੀ? ਫੌਜ ਘਟਾਈ, ਕਹਿੰਦਾ ਫੌਜ ਦੀ ਲੋੜ ਹੀ ਨਹੀਂ ਯਾਰ, ਫੌਜ ਦੀ ਕੀ ਲੋੜ, ਫੌਜ ਘਟਾਤੀ, ਬੰਦੇ ਕੱਢਤੇ। ਮੁੜ ਕੇ 1962 ਚ ਅਟੈਕ ਹੋ ਗਿਆ, ਮੁੜ ਕੇ ਬੰਦੇ ਲੱਭਣ, ਬੰਦੇ ਕਿੱਥੋਂ ਕਰੇ? ਅਸੀਂ ਕੋ ਮਰੀਏ ਹੁਣ। ਮੁੜ ਕੇ ਫਿਰ BSF ਬਣਾਈ ਸੀ ਉਹਨਾਂ ਨੇ, BSF ਚ ਭਰਤੀ ਫਿਰ ਦੁਬਾਰਾ ਕੀਤਾ ਉਹਨਾਂ ਨੇ। ਇਸ ਕਰਕੇ ਜੇ ਤੁਹਾਡੀਆਂ ਸਰਹੱਦਾਂ ਸੁਰੱਖਿਅਤ ਨਹੀਂ, ਉੱਥੇ ਸ਼ਾਂਤੀ ਨਹੀਂ ਗਈ, ਤੇ ਫਿਰ ਦੇਸ਼ ਵੀ ਜਿਹੜਾ ਵਾ ਉਹ ਬਚ ਨਹੀਂ ਸਕਦਾ। ਆਪਣੇ ਦੇਸ਼ ਦੇ ਬਚਾਓ ਵਾਸਤੇ ਜਿਹੜੀ ਹੈ ਸਿਕਿਉਰਿਟੀ ਬਹੁਤ ਜ਼ਰੂਰੀ ਹੈ ਜੀ। ਬਿਲਕੁਲ। ਹੁਣ ਸਿਕਿਉਰਿਟੀ ਗੱਲਾਂ ਤਾਂ ਇੱਥੇ ਹੋਰ ਕੁਛ ਹੀ ਹੋਈ ਜਾਂਦੀਆਂ ਜੀ, ਕੀ ਕਰੋਗੇ? ਜੀ। ਪਰ ਚਲੋ। ਤੇ ਸਿਮਰਨ ਸਿੰਘ ਸੰਧੂ ਕਹਿੰਦੇ ਆਸਟ੍ਰੇਲੀਆ 'ਚ ਭਰਤੀ ਹੋਏ ਨੇ, ਕੌਣ ਨੇ ਜੀ, ਕਿਹੜਾ ਪਿੰਡ ਹੈ? ਬਿਲਕੁਲ ਜੀ, ਬੜੀ ਛੋਟੀ ਉਮਰ ਦਾ ਮੁੰਡਾ, 16 ਸਾਲ ਦੀ ਉਮਰ ਵੇਖੋ। 16 ਸਾਲ ਦੀ ਮੁੰਡੇ ਦੀ ਉਮਰ ਹੈ ਤੇ ਤੁਹਾਡੇ ਫਿਰੋਜ਼ਪੁਰ ਦੇ ਰਹਿਣ ਵਾਲੇ ਆ। ਤੇ ਇਹਦੇ ਫਾਦਰ 2008 ਦੇ ਵਿੱਚ ਆਸਟ੍ਰੇਲੀਆ ਗਏ ਸੀ ਜੀ। ਆਸਟ੍ਰੇਲੀਆ ਜਾ ਕੇ ਇਹਨੇ ਜਿਹੜੇ ਕੋਰਸ ਕਰਦੇ ਹੁੰਦੇ ਦਾ ਆਪਣੇ ਦਾ ਆਰਮੀ ਦਾ ਉਹ ਕੀਤਾ।
ਇਹਨੇ ਪਹਿਲਾਂ ਕਹਿਤਾ ਆਪਣੇ ਮਾਪਿਓ ਤੋਂ ਵੀ ਮੈਂ ਤੇ ਫੌਜ 'ਚ ਭਰਤੀ ਹੋਣਾ, ਤੇ ਇਹਨੀ ਛੋਟੀ ਉਮਰ ਦੇ ਵਿੱਚ ਜਿਹੜਾ 16 ਸਾਲ ਦੇ ਵਿੱਚ ਹਵਾਈ ਸੰਦ ਭਰਤੀ ਆ ਉੱਥੋਂ। ਜੀ। ਭਾਵੇਂ ਉਹਨੂੰ ਕੰਮ ਕੋਈ ਵੀ ਦਿੱਤਾ ਹੋਵੇ, ਕੋਈ ਮਿਸ਼ਨ ਦਾ ਕੰਮ ਦਿੱਤਾ ਉਹਨੂੰ ਫੌਜੀ ਹੈੱਡਕੁਆਟਰ ਦੇ ਵਿੱਚ ਹਾਲ ਦੀ, ਕਿਉਂਕਿ ਉਮਰ ਵੀ ਛੋਟੀ ਹੈ ਨਾ ਜੀ। ਲੇਕਿਨ ਫਿਰ ਵੀ ਨਿਯੁਕਤੀ ਪੱਤਰ ਹੀ ਮਿਲ ਗਿਆ, ਤੂੰ ਦਾ ਸਨਮਾਨ ਕਰਨ ਦੇ ਇੱਥੇ ਤੁਹਾਡੇ ਵੀਰ ਉੱਥੇ ਪੱਤਰ ਦੇ ਵਿੱਚ ਜੀ। ਜਿੰਨੀ ਛੋਟੀ ਜਿਹੀ ਦਾੜੀ ਮੂੜੀ ਮਾੜੀ ਫੁੱਟਣ ਡਈ, ਮੁੰਡੇ ਮੇਰੇ ਕੋਲ ਫੋਟੋ ਸਾਹਮਣੇ ਪਈ ਬੰਦੇ ਦੀ ਉਹਦੀ, ਤੇ ਕਿੱਡੀ ਵੱਡੀ ਉਹਦੀ ਤਾਂ ਜੀ ਸੀ ਵੀ ਮੈਂ ਫੌਜ ਦੀ ਭਰਤੀ ਹੋਣਾ, ਫੌਜ 'ਚ ਜਾ ਕੇ ਭਰਤੀ ਹੋ ਰਿਹਾ। ਤੁਹਾਡੇ ਇੱਕ ਨਹੀਂ ਜੀ, ਸਾਡੇ ਮੁੰਡੇ ਆਸਟ੍ਰੇਲੀਆ ਫੌਜ ਦੇ ਵਿੱਚ, ਨਿਊਜ਼ੀਲੈਂਡ ਦੀ ਫੌਜ ਦੇ ਵਿੱਚ, ਕੈਨੇਡਾ ਦੀ ਫੌਜ, ਸਾਡੇ ਮੁੰਡੇ ਬੜੇ ਹੈਗੇ ਉੱਥੇ, ਖਾਸ ਕਰਕੇ ਸਿੱਖ ਮੁੰਡੇ ਜੀ। ਸਿੱਖ ਮੁੰਡੇ ਬਹੁਤ ਜਿਹੜੇ ਉੱਥੇ ਫੌਜ ਪ੍ਰੈਫਰ ਕਰਦੇ ਵੀ ਫੌਜ ਭਰਤੀ ਹੋਣਾ ਸੀ ਜੀ। ਤੇ ਮੁੰਡੇ ਦੀ ਬੜੀ ਕੁਰਬਾਨੀ, 16 ਸਾਲ ਦੀ ਉਮਰ, ਸਾਡੇ 16 ਸਾਲ ਦੀ ਉਮਰ ਤੇ ਲਾਗੇ ਨਹੀਂ ਫਰਕ ਦਿੰਦੇ, ਉਹਦੇ ਭਾਈ ਦਾ ਭਾਜਾ ਤੋਂ ਤੇਰੀ ਲੋੜ ਨਹੀਂ ਹੁੰਦੀ ਹੈਗੀ। ਬਹੁਤ ਬਹੁਤ ਮਿਹਰਬਾਨੀ ਪੱਟੀ ਸਾਹਿਬ, ਸ਼ੁਕਰੀਆ ਜੀ ਤੁਹਾਡਾ। ਸ਼ੁਕਰੀਆ। ਤੋ ਇਸ ਤੋਂ ਬਾਅਦ ਜੀ ਗੱਲਬਾਤ ਕਰਾਂਗੇ ਸਕੱਤਰ ਸਿੰਘ ਹੋਰਾਂ ਨਾਲ। ਫਿਲਹਾਲ ਇੱਕ ਬ੍ਰੇਕ ਲੈ ਲਈਏ, ਬ੍ਰੇਕ ਤੋਂ ਬਾਅਦ ਜੁੜਾਂਗੇ। ਸੋ ਤੁਸੀਂ ਆਪਣੇ ਫੋਨ ਕਾਲਸ ਕਰ ਸਕਦੇ ਹੋ ਜੀ 92 164 10 666, 98 149 10 666 ਦੇ ਉੱਤੇ, ਕਿਉਂਕਿ ਗੱਲਬਾਤ ਜਿਹੜੀ ਉਹੀ ਗੱਲ ਕਰਕੇ ਨੇ, ਸਕੂਲਾਂ ਦਾ ਮਸਲਾ ਕੀ ਹੈ, ਸਕੂਲ ਜਿਹੜੇ ਨੇ ਮਾਂ-ਬਾਪ ਕਿੰਨੇ ਕੁ ਪਰੇਸ਼ਾਨ ਨੇ। ਸੋ ਇਸ ਕਰਕੇ ਜਿਹੜਾ ਹੈ ਸਾਰਿਆਂ ਨੂੰ ਆਪਾਂ ਉੱਥੇ ਜਿਹੜੀ ਹੈ ਗੱਲਬਾਤ ਦੇ ਲਈ ਲੈ ਤੁਹਾਡੇ ਨਾਲ ਸਲਾਹ ਕਰਾਂਗੇ ਕੀ ਹੋਣਾ ਚਾਹੀਦਾ ਹੈ ਸਾਰਾ ਕੁਛ। ਤੇ ਇੱਕ ਬ੍ਰੇਕ ਲੈ ਲਈਏ ਜੀ, ਤੇ ਬ੍ਰੇਕ ਤੋਂ ਬਾਅਦ ਆਪਾਂ ਜੁੜਦੇ ਹਾਂ ਤੁਹਾਡੇ ਨਾਲ। ਤੇ ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਨਾਲ ਪ੍ਰੋਗਰਾਮ ਦੇ ਵਿੱਚ ਯੋਗਦਾਨ ਪਾਉਣਾ ਚਾਹੁੰਦੇ ਹੋ, ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਤੇ ਸਾਡੇ ਨਾਲ ਰੇਡੀਓ ਪੰਜਾਬ ਟੂਡੇ ਨੂੰ ਜਿਹੜਾ ਜੀ ਸਪਾਂਸਰਸ਼ਿਪ ਜਾਂ ਚੰਦਾ ਭੇਜਣਾ ਚਾਹੁੰਦੇ ਤਾਂ 97 801 41 741 ਦੇ ਉੱਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਸੋ ਇੱਕ ਬ੍ਰੇਕ ਲੈਂਦੇ ਹਾਂ ਜੀ, ਤੇ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਤੁਹਾਡੇ ਨਾਲ। ਤੇ